ਹਰਪ੍ਰੀਤ ਸੇਖਾ ਦਾ ਨਾਵਲ ਹਨੇਰੇ ਰਾਹ। ਇਸ ਨਾਵਲ ਉੱਪਰ ਗੱਲ ਕਰਨ ਤੋਂ ਪਹਿਲਾਂ ਸਾਨੂੰ ਪ੍ਰਵਾਸੀ ਪੰਜਾਬੀ ਨਾਵਲ ਦੀ ਸਥਿਤੀ ਬਾਰੇ ਦੇਖਣਾ ਪਊ। ਪ੍ਰਵਾਸੀ ਪੰਜਾਬੀ ਨਾਵਲ ਦਾ ਆਰੰਭ ਕੈਨੇਡਾ ਦੀ ਧਰਤੀ ਦੇ ਉੱਪਰ ਹੋਇਆ। ਕੈਨੇਡਾ ਦੀ ਧਰਤੀ ਉੱਪਰ ਲਿਖੇ ਜਾਣ ਵਾਲੇ ਪੰਜਾਬੀ ਨਾਵਲ ਦੀ ਸ਼ੁਰੂਆਤੀ ਧੁਨ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਸੀ। ਵਿਦਿਆਰਥੀਓ, ਜਦੋਂ ਸਾਡੇ ਪੰਜਾਬੀ ਲੋਕ ਜਾ ਕੇ ਵਿਦੇਸ਼ਾਂ ਦੇ ਵਿੱਚ ਵਸਣੇ ਸ਼ੁਰੂ ਹੋ ਗਏ, ਉੱਥੇ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਸਥਾਨਕ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇਹ ਦੋ ਕਾਰਨ ਸੀ। ਇੱਕ ਤਾਂ ਉਹਨਾਂ ਦਾ ਕੰਮ ਖੁਸਰਨਾ ਸ਼ੁਰੂ ਹੋ ਗਿਆ, ਦੂਸਰਾ ਇਹ ਸੀ ਕਿ ਪੰਜਾਬੀ ਲੋਕ ਸਸਤੇ ਦਰਾਂ ਦੇ ਉੱਪਰ ਕੰਮ ਕਰਨ ਦੇ ਲਈ ਤਿਆਰ ਹੁੰਦੇ ਸੀ। ਵਿਦੇਸ਼ੀ ਲੋਕ ਜਾਂ ਉੱਥੋਂ ਦੇ ਸਥਾਨਕ ਲੋਕ ਪੰਜਾਬੀਆਂ ਨੂੰ ਤਿਰਸ਼ਕਾਰ ਦੀ ਨਜ਼ਰ ਨਾਲ ਦੇਖਦੇ ਸੀ, ਕਿਉਂਕਿ ਉਸ ਸਮੇਂ ਭਾਰਤ ਦੀ ਅਵਸਥਾ ਜਿਹੜੀ ਸੀਗੀ, ਭਾਰਤ ਦੀ ਸਥਿਤੀ ਸੀਗੀ, ਉਹ ਗੁਲਾਮਾਂ ਵਾਲੀ ਸੀ। ਪੰਜਾਬੀਆਂ ਨੇ ਇਸ ਤਿਰਸ਼ਕਾਰ ਦੀ ਭਾਵਨਾ ਦੇ ਵਿੱਚੋਂ, ਇਸ ਨਫ਼ਰਤ ਦੀ ਭਾਵਨਾ ਦੇ ਵਿੱਚੋਂ ਇੱਕ ਸਬਕ ਲਿਆ ਕਿ ਜੇਕਰ ਦੇਸ਼ ਆਜ਼ਾਦ ਹੋਵੇਗਾ ਤਾਂ ਹੀ ਅਸੀਂ ਇਹਨਾਂ ਲੋਕਾਂ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਵਿਚਰ ਸਕਾਂਗੇ ਅਤੇ ਇਹ ਲੋਕ ਸਾਨੂੰ ਤਿਰਸ਼ਕਾਰ ਦੀ ਨਜ਼ਰ ਨਾਲ ਨਹੀਂ ਦੇਖਣਗੇ। ਇਸ ਲਈ ਉਹਨਾਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਪ੍ਰਤੀ ਸੋਚਣਾ ਸ਼ੁਰੂ ਕਰ ਦਿੱਤਾ। ਇਸ ਲਈ ਉਸ ਸਮੇਂ ਕੈਨੇਡਾ ਅਮਰੀਕਾ ਦੀ ਧਰਤੀ ਉੱਪਰ ਗਦਰ ਲਹਿਰ ਸ਼ੁਰੂ ਹੋਈ। ਬੇਸ਼ੱਕ ਗਦਰ ਲਹਿਰ ਸਾਨ ਫਰਾਂਸਿਸਕੋ ਦੇ ਵਿੱਚ ਸ਼ੁਰੂ ਹੋਈ, ਪਰ ਇਸ ਦਾ ਮੁੱਖ ਭੂਮੀ ਕੈਨੇਡਾ ਹੀ ਰਹੀ। ਵਿਦਿਆਰਥੀਓ, ਕੈਨੇਡਾ ਦੀ ਧਰਤੀ ਦੇ ਉੱਪਰੋਂ ਉੱਠਣ ਵਾਲਾ ਇਹ ਜਿਹੜਾ ਆਜ਼ਾਦੀ ਦਾ ਸੰਘਰਸ਼ ਸੀ, ਉਹ ਪੰਜਾਬ ਦੇ ਵਿੱਚ ਆ ਕੇ ਜਵਾਨ ਹੁੰਦਾ ਹੈ। 1914-15 ਦੇ ਵਿੱਚ ਗਦਰ ਲਹਿਰ ਆਪਣੇ ਸਿਖਰ ਤੇ ਪਹੁੰਚਦੀ ਹੈ। ਇਸ ਲਹਿਰ ਤੋਂ ਪ੍ਰਭਾਵਿਤ ਬਹੁਤ ਸਾਰਾ ਸਾਹਿਤ, ਜਿਹਦੇ ਵਿੱਚ ਬਹੁਤ ਸਾਰੇ ਨਾਵਲ ਵੀ ਲਿਖੇ ਗਏ। ਪੰਜਾਬੀ ਪ੍ਰਵਾਸੀ ਸਾਹਿਤ ਦਾ ਦੂਸਰਾ ਦੌਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਉਹ ਸਥਿਤੀਆਂ ਨਹੀਂ ਮਿਲੀਆਂ ਭਾਰਤ ਦੇ ਵਿੱਚ, ਜਿਹੜੀਆਂ ਸਥਿਤੀਆਂ ਉਹਨਾਂ ਨੇ ਸੋਚੀਆਂ ਸੀ ਕਿ ਸਾਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਿਲਣਗੀਆਂ। ਇਸ ਲਈ ਉਹਨਾਂ ਸਥਿਤੀਆਂ ਤੋਂ ਜਦੋਂ ਉਹਨਾਂ ਦਾ ਮੋਹ ਭੰਗ ਹੋ ਗਿਆ ਤਾਂ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਕੰਮ ਧੰਦੇ ਦੇ ਲਈ ਉੱਥੇ ਤੁਰਦੇ ਆ, ਉੱਥੇ ਪ੍ਰਵਾਸ ਕਰਦੇ ਆ, ਵਾਸਾ ਕਰਦੇ ਆ। ਇਹ ਪੜ੍ਹੇ ਲਿਖੇ ਲੋਕ ਜਦੋਂ ਉੱਥੇ ਜਾ ਕੇ ਪੈਸੇ ਕਮਾਉਂਦੇ ਆ, ਪੈਸੇ ਕਮਾਉਣ ਤੋਂ ਬਾਅਦ ਉਹਨਾਂ ਦਾ ਸੰਵਾਦ ਸ਼ੁਰੂ ਹੁੰਦਾ ਹੈ ਆਪਣੇ ਲੋਕਾਂ ਨਾਲ। ਉਹ ਸੰਵਾਦ ਇੱਕ ਸਾਹਿਤਕਾਰ ਦੇ ਰੂਪ ਦੇ ਵਿੱਚ ਹੁੰਦਾ ਹੈ। ਇੰਗਲੈਂਡ ਕੈਨੇਡਾ ਦੀ ਧਰਤੀ ਦੇ ਉੱਪਰ ਬਹੁਤ ਸਾਰਾ ਸਾਹਿਤ ਆਜ਼ਾਦੀ ਤੋਂ ਬਾਅਦ ਰਚਿਆ ਗਿਆ। ਭਾਰਤੀ ਸਮਾਜਿਕ ਸਥਿਤੀਆਂ ਵਿੱਚੋਂ ਪ੍ਰਵਾਸ ਕਰਨ ਵਾਲੇ ਲੇਖਕਾਂ ਦਾ ਸੰਵਾਦ ਉੱਥੋਂ ਦੇ ਅਤ ਵਿਕਸਿਤ ਪੂੰਜੀਵਾਦੀ ਸਥਿਤੀਆਂ ਦੇ ਨਾਲ ਟਕਰਾਉਂਦਾ ਹੈ ਤੇ ਇਹ ਸਥਿਤੀਆਂ ਜਿਹੜੀਆਂ ਕਿ ਉਹਨਾਂ ਦੇ ਮਨ ਦੇ ਵਿੱਚ ਜਾਗੀਰਦਾਰੀ ਸੋਚ ਸੀ, ਉਹਦਾ ਤੇ ਪੂੰਜੀਵਾਦੀ ਸਭਿਅਤਾ ਦਾ ਇੱਕ ਤਰ੍ਹਾਂ ਦਾ ਟਕਰਾਓ ਸੀ। ਟਕਰਾਓ ਦੀ ਇਸ ਸਥਿਤੀ ਵਿੱਚ ਨਾਲ ਹੀ ਵੱਖਰੇ ਭੂਗੋਲਿਕ, ਸਮਾਜਿਕ, ਆਰਥਿਕ, ਸੱਭਿਆਚਾਰ ਤੇ ਧਾਰਮਿਕ ਖੁੱਲ੍ਹੇ ਮਾਹੌਲ ਨੇ ਉਹਨਾਂ ਵਿਚਲੇ ਲੇਖਕ ਨੂੰ ਵੱਖਰੇ ਜਾਵੀਏ ਤੋਂ ਸੋਚਣ ਲਈ ਮਜਬੂਰ ਕਰਤਾ। ਸੋ ਇਸ ਕਰਕੇ ਜਿਹੜਾ ਸਾਹਿਤ ਪੰਜਾਬੀ ਦਾ ਰਚਿਆ ਗਿਆ 1947 ਤੋਂ ਬਾਅਦ, ਉਹ ਤਕਨੀਕੀ ਪੱਖੋਂ, ਸਾਹਿਤਕ ਪੱਖੋਂ ਜ਼ਿਆਦਾ ਪਾਏਦਾਰ ਸੀ ਪਹਿਲੇ ਪੜਾਅ ਨਾਲੋਂ। ਮੁੱਢਲੇ ਪ੍ਰਵਾਸੀ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ਉਹਨਾਂ ਵਿਸ਼ਿਆਂ ਦੀ ਭਰਮਾਰ ਰਹੀ ਜਿਹੜੇ ਕਿ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਸਨ। ਪਰ ਜਿਹੜਾ ਦੂਸਰਾ ਪੜਾਅ ਹੈਗਾ, ਉਸ ਦੇ ਵਿੱਚ ਪੰਜਾਬੀ ਸਾਹਿਤਕਾਰਾਂ ਨੇ ਪੂੰਜੀਵਾਦੀ ਨਿਜ਼ਾਮ ਦੇ ਕਰੂਪ ਅਤੇ ਕਰਖਤ ਚਿਹਰੇ ਦੇ ਪ੍ਰਭਾਵ ਨੂੰ ਪੇਸ਼ ਕੀਤਾ ਆਪਣੀਆਂ ਰਚਨਾਵਾਂ ਦੇ ਵਿੱਚ। ਪੰਜਾਬੀ ਨਾਵਲ ਦਾ ਆਰੰਭ ਕੈਨੇਡਾ ਦੀ ਧਰਤੀ ਦੇ ਵਿੱਚ, ਕੈਨੇਡਾ ਦੀ ਧਰਤੀ ਉੱਪਰ ਹੋਇਆ। ਪ੍ਰਵਾਸੀ ਪੰਜਾਬੀ ਨਾਵਲ ਤੋਂ ਪਹਿਲਾਂ ਜਦੋਂ ਅਸੀਂ ਪੰਜਾਬੀ ਨਾਵਲ ਦਾ ਇਤਿਹਾਸ ਦੇਖਦੇ ਹਾਂ, ਉਹਦੇ ਵਿੱਚ ਸਭ ਤੋਂ ਪਹਿਲਾ ਨਾਵਲ ਜਿਹੜਾ ਲਿਖਿਆ ਗਿਆ ਸੀ 1898 ਦੇ ਵਿੱਚ, ਮੌਲਿਕ ਨਾਵਲ ਭਾਈ ਵੀਰ ਸਿੰਘ ਦਾ ਸੁੰਦਰੀ ਸੀ। ਇਸੇ ਤਰ੍ਹਾਂ ਉਸ ਤੋਂ ਬਿਲਕੁਲ 55 ਸਾਲ ਬਾਅਦ 1953 ਵਿੱਚ ਕੇਸਰ ਸਿੰਘ ਦਾ ਨਾਵਲ ਛਪਿਆ ਲਹਿਰ ਵੱਧਦੀ ਗਈ,
ਜਿਹੜਾ ਕਿ ਕੈਨੇਡਾ ਦੀ ਧਰਤੀ ਛਪਿਆ। ਇਸ ਤਰ੍ਹਾਂ ਨਾਲ 55 ਸਾਲ ਬਾਅਦ ਪਹਿਲਾ ਪੰਜਾਬੀ ਨਾਵਲ ਜਿਹੜਾ ਕਿ ਪ੍ਰਵਾਸ ਦੇ ਦੌਰਾਨ ਲਿਖਿਆ ਉਹ ਸੀ ਕੇਸਰ ਸਿੰਘ। ਉਹਨੇ ਕੈਨੇਡਾ ਦੀ ਧਰਤੀ ਦੇ ਉੱਪਰ ਇਹ ਨਾਵਲ ਲਿਖਿਆ। ਇਸ ਨਾਵਲ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਨੇ ਆਪਣੇ ਸਥਾਨਕ ਮਸਲਿਆਂ ਨੂੰ ਆਪਣੇ ਨਾਵਲ ਵਿਧਾ ਦੇ ਵਿੱਚ ਪੇਸ਼ ਕੀਤਾ। ਪ੍ਰਵਾਸੀ ਪੰਜਾਬੀ ਨਾਵਲ ਦਾ ਪਿਤਾਮਾ ਅਸੀਂ ਕੇਸਰ ਸਿੰਘ ਨੂੰ ਮੰਨਦੇ ਹਾਂ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਲੇਖਕ ਇਸ ਵਿਧਾ ਦੇ ਵਿੱਚ ਆਪਣਾ ਹੱਥ ਅਜਮਾਉਣ ਲੱਗ ਜਾਂਦੇ ਹਨ। ਪਹਿਲੇ ਪੜਾਅ ਦੇ ਨਾਵਲਕਾਰ ਜਿਹੜੇ ਸੀਗੇ ਉਹਨਾਂ ਦੀ ਨਾਵਲ ਰਚਨਾ ਦੇ ਵਿੱਚ ਭਾਵੁਕਤਾ ਜ਼ਿਆਦਾ ਸੀ। ਉਹਨਾਂ ਦੇ ਨਾਵਲਾਂ ਦੇ ਵਿੱਚ ਜ਼ਿਆਦਾਤਰ ਭੂ-ਹੇਰਵਾ ਸੀ, ਨਸਲੀ ਵਿਤਕਰਾ ਸੀ, ਪੀੜ੍ਹੀ ਪਾੜੇ ਦਾ ਪੇਸ਼ਕਾਰੀ ਸੀ। ਪਰ ਜਿਹੜਾ ਦੂਸਰਾ ਨਾਵਲ ਦਾ ਦੌਰ ਸੀ ਉਹਦੇ ਵਿੱਚ ਹੋਰ ਮਸਲੇ ਵੀ ਆ ਕੇ ਸ਼ਾਮਲ ਹੋ ਗਏ। ਇੱਕ ਪਾਸੇ ਪ੍ਰਵਾਸੀ ਪੰਜਾਬੀਆਂ ਨੇ ਸਥਾਨਕ ਸਮੱਸਿਆ ਨੂੰ ਗੰਭੀਰਤਾ ਦੇ ਨਾਲ ਆਪਣੇ ਨਾਵਲਾਂ ਦੇ ਵਿੱਚ ਪੇਸ਼ ਕੀਤਾ ਅਤੇ ਉਹਨਾਂ ਦੇ ਹੱਲ ਨੂੰ ਕੱਢਣਾ ਸ਼ੁਰੂ ਕੀਤਾ। ਡਾਕਟਰ ਗੁਰਪਾਲ ਸਿੰਘ ਸੰਧੂ ਪੰਜਾਬੀ ਨਾਵਲ ਦੇ ਆਲੋਚਕ ਹੈ। ਉਹਨਾਂ ਅਨੁਸਾਰ ਸ਼ੁਰੂ ਵਿੱਚ ਭਾਵੇਂ ਪ੍ਰਵਾਸੀ ਨਾਵਲ ਇੱਕ ਥਾਂ ਤੋਂ ਦੂਜੀ ਥਾਂ ਦੀ ਭੂਗੋਲਿਕ ਤਬਦੀਲੀ ਕਾਰਨ ਪੰਜਾਬੀਆਂ ਦੀ ਉਪਭਾਵਕਤਾ ਅਤੇ ਉਦਰੇਵੇਂ ਦੀ ਸਥਿਤੀ ਨੂੰ ਹੀ ਪੇਸ਼ ਕਰਦਾ ਰਿਹਾ, ਪਰ ਜਦੋਂ ਪੰਜਾਬ ਵਿੱਚੋਂ ਪੜ੍ਹੇ ਲਿਖਿਆ ਅਤੇ ਚੇਤੰਨ ਵਰਗ ਪ੍ਰਵਾਸ ਧਾਰਨ ਕਰਨਾ ਸ਼ੁਰੂ ਕਰਦਾ ਹੈ ਤਾਂ ਪੰਜਾਬੀ ਮਨੁੱਖ ਦੀ ਤਬਦੀਲੀ ਅਤੇ ਟੁੱਟ ਭੱਜ ਨੂੰ ਸਤਹੀ ਪੱਧਰ ਦੀ ਭੂਗੋਲਿਕ ਤਬਦੀਲੀ ਦੇ ਫਲਸਰੂਪ ਸੰਭਵ ਹੋਣ ਵਾਲੇ ਸਿੱਧੇ ਪੱਧਰੇ ਪ੍ਰਭਾਵ ਤੱਕ ਸੀਮਤ ਨਾ ਰਹਿ ਕੇ ਮਨੁੱਖ ਦੀਆਂ ਮਾਨਸਿਕ ਸਥਿਤੀਆਂ, ਇੱਥੇ ਦੇਖਣ ਵਾਲੀ ਗੱਲ ਹੈ, ਦੇਖੋ ਮਨੁੱਖ ਦੀਆਂ ਮਾਨਸਿਕ ਸਥਿਤੀਆਂ ਨੂੰ ਡੂੰਘਾਈ ਨਾਲ ਪੇਸ਼ ਕਰਦਾ ਹੈ। ਇਸੇ ਕਰਕੇ ਹੀ ਪ੍ਰਵਾਸੀ ਪੰਜਾਬੀ ਨਾਵਲ ਇੱਕ ਪਾਸੇ ਤਾਂ ਸਮੁੱਚੇ ਪੰਜਾਬੀ ਨਾਵਲ ਦੀ ਰਚਨਾਤਮਕਤਾ ਨਾਲ ਸੰਵਾਦ ਕਰਦਾ ਹੈ ਤੇ ਦੂਸਰੇ ਪਾਸੇ ਆਪਣੀ ਵਿਲੱਖਣ ਹੋਂਦ ਵੀ ਰੱਖਦਾ ਹੈ। ਦੂਸਰੇ ਦੌਰ ਦੇ ਵਿੱਚ ਆ ਕੇ ਨਾ ਪੰਜਾਬੀ ਨਾਵਲ ਆਪਣੀ ਹੋਂਦ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਪ੍ਰਵਾਸੀ ਪੰਜਾਬੀ ਨਾਵਲ ਦਾ ਜਨਮ ਬੇਸ਼ੱਕ ਕੈਨੇਡਾ ਦੀ ਧਰਤੀ ਤੋਂ ਹੋਇਆ, ਪਰ ਇਹਦਾ ਜਿਹੜਾ ਵਿਕਾਸ ਸੀਗਾ ਉਹ ਜ਼ਿਆਦਾਤਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਕੀਨੀਆ, ਇੰਗਲੈਂਡ ਦੀ ਧਰਤੀ ਦੇ ਉੱਪਰ ਹੋਇਆ। ਇੰਗਲੈਂਡ ਪੰਜਾਬੀ ਲੇਖਕਾਂ ਦਾ ਮਨ ਭਾਉਂਦਾ ਸਥਾਨ ਰਿਹਾ। ਇੱਥੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਜਾਂਦੇ ਆ। ਪ੍ਰਵਾਸੀ ਪੰਜਾਬੀ ਨਾਵਲ ਵਿੱਚ ਪੇਸ਼ ਹੋਣ ਵਾਲੇ ਪ੍ਰਮੁੱਖ ਮਸਲਿਆਂ ਦੀ ਪੇਸ਼ਕਾਰੀ ਸਮੇਂ ਸਥਾਨਕ ਅਨੁਸਾਰ ਤਬਦੀਲੀ ਆਉਂਦੀ ਰਹੀ ਹੈ। ਉਦਾਹਰਨ ਲਈ ਪ੍ਰਵਾਸੀ ਨਾਵਲ ਦਾ ਆਰੰਭ ਵਿੱਚ ਬੇਗਾਨੀ ਧਰਤੀ ਨੂੰ ਗਾਉਂਦੇ ਹੋਏ ਉਹਨਾਂ ਪੰਜਾਬੀਆਂ ਦਾ ਜ਼ਿਕਰ ਹੈ ਜਿਹੜੇ ਉਸ ਸਮੇਂ ਦੇ ਗੁਲਾਮ ਭਾਰਤ ਵਿੱਚੋਂ ਪ੍ਰਵਾਸ ਕਰਦੇ ਹਨ। ਇਹਨਾਂ ਮੁੱਢਲੇ ਪ੍ਰਵਾਸੀ ਪੰਜਾਬੀਆਂ ਨੂੰ ਸਥਾਨਕ ਲੋਕ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਰਹੇ। ਦੇਖੋ ਪਹਿਲਾਂ ਵੀ ਆਪਾਂ ਗੱਲ ਕੀਤੀ ਇਹਦੇ ਵਿੱਚ। ਇਸ ਲਈ ਅਜਿਹੇ ਹਾਲਾਤਾਂ ਨੂੰ ਬਦਲਣ ਲਈ ਭਾਰਤ ਨੂੰ ਗੁਲਾਮੀ ਤੋਂ ਮੁਕਤ ਕਰਾਉਣਾ ਜ਼ਰੂਰੀ ਸੀ। ਕੈਨੇਡਾ ਅਮਰੀਕਾ ਦੀ ਧਰਤੀ ਉੱਪਰ ਸ਼ੁਰੂ ਹੋਏ ਇਸ ਆਜ਼ਾਦੀ ਘੋਲ ਨੂੰ ਗਦਰ ਲਹਿਰ ਦਾ ਨਾਂ ਦਿੱਤਾ ਗਿਆ। ਇਸ ਸੰਘਰਸ਼ ਦਾ ਜ਼ਿਕਰ ਮੁੱਢਲਾ ਪ੍ਰਵਾਸੀ ਪੰਜਾਬੀ ਨਾਵਲ ਕਰਦਾ ਹੈ। ਇਹਦੇ ਬਾਰੇ ਆਪਾਂ ਜ਼ਿਕਰ ਕਰ ਚੁੱਕੇ ਹਾਂ। ਇਸ ਤੋਂ ਬਾਅਦ ਜੇ ਆਪਾਂ ਦੇਖੀਏ ਦੂਸਰੇ ਦੌਰ ਦੇ ਵਿੱਚ ਇੱਕ ਅਜਿਹਾ ਵੱਜਵਾਂ ਨਾਵਲ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਹਦੇ ਵਿੱਚ ਭਾਰਤੀ ਆਜ਼ਾਦੀ ਤੋਂ ਇਲਾਵਾ ਭੂ-ਹੇਰਵਾਈ ਦੀ ਪੇਸ਼ਕਾਰੀ, ਨਸਲੀ ਵਿਤਕਰੇ ਦੀ ਪੇਸ਼ਕਾਰੀ, ਪੀੜ੍ਹੀ ਪਾੜੇ ਦੀ ਰੂਪਾਂਤਰਨ, ਸੱਭਿਆਚਾਰਕ ਪਹਿਚਾਣ ਦਾ ਸੰਕਟ, ਪ੍ਰਵਾਸੀ ਪੰਜਾਬੀ ਔਰਤ ਦੀ ਸਥਿਤੀ ਵੀ ਪੇਸ਼ ਕੀਤੀ ਹੈ, ਪ੍ਰਵਾਸੀ ਪੰਜਾਬੀ ਬਜ਼ੁਰਗ ਦੀ ਸਥਿਤੀ ਨੂੰ ਵੀ ਪੇਸ਼ ਕੀਤਾ ਹੈ, ਪ੍ਰਵਾਸੀ ਪੰਜਾਬੀ ਬੱਚਿਆਂ ਦੀ ਸਥਿਤੀ, ਪ੍ਰਵਾਸੀ ਪੰਜਾਬੀ ਦਲਿਤ ਦੀ ਸਥਿਤੀ ਤੇ ਜਾਤੀਵਾਦੀ ਮਸਲੇ, ਸਮਕਾਲੀ ਸਥਿਤੀਆਂ ਦੀ ਪੇਸ਼ਕਾਰੀ ਅਤੇ ਫੁਟਕਲ ਵਿਸ਼ੇ। ਇਹ 10-12 ਵਿਸ਼ੇ ਆ ਜਿਹੜੇ ਉਹ ਪੰਜਾਬੀ ਨਾਵਲ ਦੇ ਵਿੱਚ ਪੇਸ਼ ਹੋਏ ਆ। ਅਸੀਂ ਹੁਣ ਗੱਲ ਕਰਨੀ ਹੈ ਕਿ ਕੈਨੇਡਾ ਅਮਰੀਕਾ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਨਾਵਲ ਇੰਗਲੈਂਡ ਤੋਂ ਬਾਅਦ ਜਿੱਥੇ ਜਿੱਥੇ ਪੰਜਾਬੀ ਗਏ ਆ ਉੱਥੇ ਉੱਥੇ ਪੰਜਾਬੀ ਨਾਵਲ ਲਿਖਿਆ ਗਿਆ। ਇਸ ਨਾਵਲ ਦੇ ਵਿੱਚ ਉੱਥੋਂ ਦੇ ਨਾਵਲਕਾਰਾਂ ਨੇ ਉੱਥੋਂ ਦੇ ਪੰਜਾਬੀ ਲੋਕਾਂ ਦੇ ਸਮੱਸਿਆਵਾਂ ਨੂੰ ਤਾਂ ਪੇਸ਼ ਕੀਤਾ ਹੀ ਹੈ, ਨਾਲ ਨਾਲ ਆਪਣੀ
ਪ੍ਰਮੁੱਖ ਭੂਮੀ ਜਿੱਥੋਂ ਗਏ ਸੀ, ਜਿਵੇਂ ਕਿ ਪੰਜਾਬ, ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ। ਬਹੁਤ ਸਾਰੇ ਲੇਖਕ ਜਿਹੜੇ ਪੰਜਾਬੀ ਦੇ ਹੋਏ ਹੈ, ਉਹਨਾਂ ਦਾ ਸੰਖੇਪ ਜਾਂ ਵੇਰਵਾ ਆਪਾਂ ਇੱਥੇ ਦੇ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੇਸਰ ਸਿੰਘ ਦੀ ਗੱਲ ਕੀਤੀ ਸੀ। ਕੇਸਰ ਸਿੰਘ ਦਾ ਨਾਵਲ, ਬਹੁਤ ਸਾਰੇ ਨਾਵਲ ਸੀ। ਲਹਿਰ ਵੱਧਦੀ ਗਈ, ਗਦਰੀ ਗੁਲਾਬ, ਗ੍ਰੀਨ ਕਾਰਡ, ਸਾਂਝਾ ਪੰਜਾਬ, ਹਥਿਆਰਬੰਦ ਇਨਕਲਾਬ, ਗਦਾਰ, ਇਹ ਉਹਦੇ ਨਾਵਲ ਸੀਗੇ ਪ੍ਰਮੁੱਖ। ਸਾਧੂ ਸਿੰਘ ਧਾਮੀ, ਇਹ ਵੀ ਕੈਨੇਡਾ ਦਾ ਹੀ ਵਾਸੀ ਸੀ। ਮਲੂਕਾ, ਪਰਾਇਆ ਧਨ, ਅਵਤਾਰ ਰੋਡੇ, ਉਡੀਕ, ਇਹ ਉਹਨਾਂ ਦੇ ਨਾਵਲਾਂ ਦੇ ਨਾਂ ਹੈ। ਨਦੀਮ ਪਰਮਾਰ, ਚਿੱਟੀ ਮੌਤ, ਇੰਦਰਜਾਲ, ਪੇਸ਼ੀ, ਸੰਪੋਸ਼ਰਸ਼ਿਪ ਨਾਵਲ ਨਦੀਮ ਪਰਮਾਰ ਦਾ ਪ੍ਰਮੁੱਖ ਨਾਵਲ ਹੈ। ਜਰਨੈਲ ਸੇਖਾ, ਦੁਨੀਆ ਕੈਸੀ ਹੋਈ, ਭਗੌੜਾ। ਇਸ ਤੋਂ ਇਲਾਵਾ ਜਗਜੀਤ ਬਰਾੜ, ਧੁੱਪ ਦਰਿਆ ਦੀ ਦੋਸਤੀ, ਇਕਬਾਲ ਰਾਮੂਵਾਲੀਆ, ਮੌਤ ਇੱਕ ਪਾਸਪੋਰਟ ਦੀ, ਨਛੱਤਰ ਗਿੱਲ, ਔਜੜੇ ਰਾਹ, ਕਾਲੀ ਹਨੇਰੀ, ਇਹ ਉਹਦੇ ਪ੍ਰਮੁੱਖ ਨਾਵਲ ਸੀ। ਆਲਣੇ ਦੀ ਉਡਾਰੀ, ਇਹ ਸਾਰੇ ਕੈਨੇਡੀਅਨ ਪ੍ਰਵਾਸੀ ਪੰਜਾਬੀ ਨਾਵਲਕਾਰ ਸਨ। ਇੰਗਲੈਂਡ ਦੇ ਪ੍ਰਵਾਸੀ ਪੰਜਾਬੀ ਨਾਵਲਕਾਰਾਂ ਦੇ ਵਿੱਚ ਮਨਜੀਤ ਰਾਣਾ, ਉਹਦਾ ਨਾਵਲ ਅੰਗਰੇਜ਼ ਕੁੜੀਆਂ, ਦਿਲ ਤੇ ਦੁਨੀਆ। ਇਸ ਤੋਂ ਇਲਾਵਾ ਦੂਸਰੇ ਨਾਵਲਕਾਰਾਂ ਦੇ ਵਿੱਚ ਮੋਹਨ ਸਿੰਘ ਕੁੱਕੜਪਿੰਡੀਆ, ਇੱਕ ਕੈਲਾਸ਼ਪੁਰੀ, ਮੈਂ ਇੱਕ ਔਰਤ ਹਾਂ, ਸੂਜੀ ਰੋਂਦੀ ਰਹੀ, ਇਹ ਉਹਦੇ ਨਾਵਲ ਸੀ ਕੈਲਾਸ਼ਪੁਰੀ ਦੇ। ਕਟਹਿਰੇ 'ਚ ਖੜੀ ਔਰਤ। ਇਸ ਤੋਂ ਇਲਾਵਾ ਜਿਹੜੇ ਇੰਗਲੈਂਡ ਦੇ ਵਿੱਚ ਹੋਰ ਨਾਵਲਕਾਰ ਸੀ, ਉਹਨਾਂ ਦੇ ਵਿੱਚ ਤਰਸੇਮ ਨੀਲਗਿਰੀ, ਗਲੋਰੀਆ ਨਾਵਲ ਸੀ, ਉਹਦਾ ਬਹੁਤ ਪਾਪੂਲਰ ਹੋਇਆ ਸੀ। ਸਵਰਨ ਚੰਦਰ ਬਹੁਤ ਹੀ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੋਇਆ। ਸਵਰਨ ਚੰਦਰ ਨੇ ਮੁੱਖ ਨਾਵਲ ਜਿਹੜਾ ਉਹਦਾ ਸੀ, ਜਿਹਦੇ ਕਰਕੇ ਉਹਦਾ ਨਾਮ ਬਣਦਾ, ਉਹ ਕੰਜਕਾਂ, ਬਹੁਤ ਵੱਡਾ ਆਕਾਰੀ ਨਾਵਲ ਸੀ। ਇਸ ਤੋਂ ਇਲਾਵਾ ਕੱਚੇ ਘਰ, ਕਦਰਾਂ ਕੀਮਤਾਂ, ਸਤਰੰਜ, ਤਸਦੀਕ, ਰੋਹ ਵਿਦਰੋਹ, ਸਮਾਂ। ਦਰਸ਼ਨ ਧੀਰ ਇੱਕ ਹੋਰ ਬਹੁਤ ਹੀ ਪ੍ਰਵਾਸੀ ਪੰਜਾਬੀ ਨਾਵਲਕਾਰ ਜਿਹੜਾ ਮਸ਼ਹੂਰ ਹੋਇਆ ਸੀ, ਉਹ ਹੈ। ਉਹਨੇ ਬਹੁਤ ਸਾਰੇ ਨਾਵਲ ਲਿਖੇ, ਉਹਨਾਂ ਦੇ ਵਿੱਚ ਆਪਣੇ ਆਪਣੇ ਰਾਹ, ਸੰਘਰਸ਼, ਧੁੰਦਲਾ ਸੂਰਜ, ਲਕੀਰਾਂ, ਇਹ ਲੋਕ, ਘਰ ਤੇ ਕਮਰੇ, ਪੈੜਾਂ ਦੇ ਆਰ ਪਾਰ, ਅਜਨਬੀ ਚਿਹਰੇ, ਇਹ ਸਾਰੇ ਦਰਸ਼ਨ ਧੀਰ ਦੇ ਨਾਵਲ ਸੀ। ਇਸ ਤੋਂ ਇਲਾਵਾ ਇੰਗਲੈਂਡ ਦੀ ਧਰਤੀ ਦੇ ਉੱਪਰ ਇੱਕ ਨਾਵਲਕਾਰ ਸੀ ਹਰਜੀਤ ਇਟਵਾਲ, ਜਿਹੜਾ ਅੱਜ ਕੱਲ੍ਹ ਵੀ ਲਿਖ ਰਿਹਾ ਹੈ। ਰੇਤ, ਬਣਵੇ, ਇਹਦਾ ਨਾਵਲ ਇੰਗਲੈਂਡ ਦੀ ਧਰਤੀ ਦੇ ਉੱਪਰ ਛਪਣ ਵਾਲਾ ਪੰਜਾਬੀ ਨਾਵਲ, ਜਿਹੜਾ ਕਿ ਬਹੁਤ ਪੜ੍ਹਿਆ ਗਿਆ। ਸਵਾਰੀ, ਸਾਊਥਹਾਲ, ਬ੍ਰਿਟਿਸ਼ ਬੌਰਨ ਦੇਸ਼ੀ, ਅਕਾਲ ਸਹਾਏ, ਗੀਤ, ਮੁੰਦਰੀ.com ਇਹਦੇ ਹੋਰ ਨਾਵਲ ਹੈ। ਮਹਿੰਦਰਪਾਲ ਸਿੰਘ, ਮਿੱਟੀ ਦਾ ਮੋਹ, ਨਥਾਵੇਂ ਚਿਹਰੇ, ਮੰਜ਼ਿਲ, ਹੋਰ ਪਰੇ। ਅਮਰੀਕੀ ਨਾਵਲਕਾਰਾਂ ਦੇ ਵਿੱਚ ਨਕਸ਼ਦੀਪ ਪੰਜਕੋਹਾ ਦਾ ਨਾਵਲ, ਬਾਬ ਰੋਲਿਆਂ ਦੇ ਨਾਲ, ਸਾਂਝਾ ਦੁੱਖ, ਘਰ ਬਣਾਏ ਆਲਣੇ, ਪਾਰ ਬਣਾਏ ਆਲਣੇ, ਗਿਰਵੀ ਹੋਏ ਮਨ, ਸਾਧੂ ਬਨਿੰਗ, ਜੁਗਤੂ। ਇਸ ਤੋਂ ਇਲਾਵਾ ਹਰਮਿੰਦਰ ਚਾਹਲ, ਬਲੀ, ਹੋਣੀ, ਆਫੀਆ ਸਦੀਕੀ ਦਾ ਜਿਹਾਦ, ਭੰਬਰ, ਕਿਆਮਤ, ਇਹ ਉਹਦੇ ਪ੍ਰਮੁੱਖ ਨਾਵਲ ਸੀ। ਬਾਕੀ ਪ੍ਰਵਾਸੀ ਨਾਵਲਕਾਰਾਂ ਦੇ ਵਿੱਚ ਹਰਬਖਸ਼ ਸਿੰਘ ਆਉਂਦਾ ਹੈ, ਜਰਮਨੀ ਦੇ ਵਿੱਚ। ਅਜੀਤ ਰਾਹੀ, ਆਸਟ੍ਰੇਲੀਆ। ਬਲਧੀਰ ਸੇਖੋਂ, ਕੀਨੀਆ। ਮਨਧੀਰ, ਆਸਟ੍ਰੇਲੀਆ। ਇਹ ਸਾਰੇ ਨਾਵਲਕਾਰ ਸਾਡੇ ਪੰਜਾਬੀ ਦੇ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹੋਏ ਆ। ਇਹਨਾਂ ਸਾਰੇ ਨਾਵਲਕਾਰਾਂ ਨੂੰ ਜੇਕਰ ਇੱਕ ਸਾਂਝੇ ਥਾਂ ਦੇ ਉੱਪਰ ਆਪਾਂ ਰੱਖ ਕੇ ਦੇਖੀਏ ਤਾਂ ਇਹਨਾਂ ਸਾਰੇ ਨਾਵਲਕਾਰਾਂ ਦੇ ਵਿਸ਼ੇ, ਇਹ ਜਿਹੜੇ ਆਪਾਂ 10-11 ਪੁਆਇੰਟ ਲੈਤੇ ਆ, ਇਹਨਾਂ ਦੇ ਵਿੱਚ ਹੀ ਸਮੇਟ ਸਕਦੇ ਹਾਂ ਆਪਾਂ। ਭੂਹੇਰਵੇ ਦੀ ਜਿਹੜੀ ਪੇਸ਼ਕਾਰੀ ਸੀ, ਉਹਦਾ ਸੰਬੰਧ ਜਨਮ ਭੋਏ ਨਾਲ ਹੈ। ਜਨਮ ਭੋਏ ਤੋਂ ਦੂਰੀ, ਵੱਖਰੀਆਂ ਭੂਗੋਲਿਕ ਪਰਿਸਥਿਤੀਆਂ, ਵੱਖਰੀ ਸੱਭਿਆਚਾਰਕ ਬਣਤਰ, ਵੱਖਰੀ ਤਰ੍ਹਾਂ ਦੇ ਸਮਾਜਿਕ ਵਿਵਸਥਾ, ਵੱਖਰੀ ਤਰ੍ਹਾਂ ਦੇ ਲੋਕ, ਉਹਨਾਂ ਦਾ ਵਿਵਹਾਰ ਆਦਿ ਪ੍ਰਵਾਸੀਆਂ ਦੇ ਭੂਹੇਰਵੇ ਨੂੰ ਉਭਾਰਨ ਦਾ ਕੰਮ ਕਰਨ ਵਾਲੇ ਤੱਤ ਹਨ। ਨਸਲੀ ਵਿਤਕਰੇ ਦੀ ਪ੍ਰਕਿਰਿਆ ਪ੍ਰਵਾਸੀਆਂ ਨੂੰ ਆਪਣੇ ਦੇਸ਼ ਤੇ ਜਨਮ ਭੂਮੀ ਪ੍ਰਤੀ ਵੱਖਰੀ ਤਰ੍ਹਾਂ ਦੇ ਭੂਹੇਰਵੇ ਨਾਲ ਜੋੜਦੀ ਹੈ। ਇਹਦੀ ਪੇਸ਼ਕਾਰੀ ਬਹੁਤ ਸਾਰੇ ਨਾਵਲਕਾਰਾਂ ਨੇ ਕੀਤੀ ਹੈ। ਉਹਨਾਂ ਨਾਵਲਕਾਰਾਂ ਦੇ ਆਪਣੇ ਨਾਵਲਾਂ ਦੇ ਵਿੱਚ ਪ੍ਰਵਾਸੀ ਜੀਵਨ ਦੌਰਾਨ ਆਪਣੀ ਮੁੱਖ ਭੂਮੀ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਸੀ, ਉਹਨੂੰ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕਾ, ਦਰਸ਼ਨ ਧੀਰ ਦੇ ਨਾਵਲ ਆਪਣੇ ਆਪਣੇ ਰਾਹ ਤੋਂ ਇਲਾਵਾ ਸਵਰਨ ਚੰਦਨ ਦਾ ਨਾਵਲ ਕੰਜਕਾਂ,
ਮੋਹਨ ਕੁੱਕੜਪਿੰਡੀਆ ਦਾ ਨਾਵਲ ਬਰਫ਼ ਦਾ ਦਰਦ, ਇਹਨਾਂ ਸਾਰੇ ਨਾਵਲਾਂ ਦੇ ਵਿੱਚ ਭੂ ਹੇਰਵੇ ਦੀ ਸਥਿਤੀ ਸਾਨੂੰ ਮਿਲਦੀ ਹੈ। ਨਸਲੀ ਵਿਤਕਰੇ ਦੀ ਪੇਸ਼ਕਾਰੀ ਹੈ ਜਿਹੜੀ, ਇਹਦੇ ਵਿੱਚ ਵੀ ਬਹੁਤ ਸਾਰੇ ਵਧੀਆ ਨਾਵਲ ਲਿਖੇ ਗਏ ਆ। ਪ੍ਰਵਾਸੀ ਪੰਜਾਬੀ ਨਾਵਲ ਨਸਲੀ ਵਿਤਕਰੇ ਦੇ ਮਸਲੇ ਨੂੰ ਬਹੁਤ ਬਰੀਕੀ ਨਾਲ ਪੇਸ਼ ਕਰਦਾ ਹੈ। ਪੱਛਮੀ ਦੇਸ਼ਾਂ ਦੇ ਮੂਲ ਨਿਵਾਸੀ ਆਪਣੇ ਆਪ ਨੂੰ ਸਰਵਉੱਤਮ ਨਸਲਾਂ ਮੰਨਦੇ ਆ। ਦੁਨੀਆ ਦੇ ਬਾਕੀ ਖਿੱਤਿਆਂ ਵਿੱਚ ਵਿਚਰਨ ਵਾਲੇ ਲੋਕਾਂ ਨੂੰ ਉਹ ਪਛੜੀਆਂ ਅਤੇ ਗੈਰ ਸੱਭਿਅਕ ਨਸਲਾਂ ਮੰਨਦੇ ਆ। ਪ੍ਰਵਾਸੀ ਪੰਜਾਬੀਆਂ ਨੂੰ ਨਸਲੀ ਵਿਤਕਰੇ ਦੇ ਵਰਤਾਰੇ ਨੂੰ ਹਟਾਉਣਾ ਪਿਆ ਤੇ ਕੁਝ ਹਾਲਾਤਾਂ ਵਿੱਚ ਵਰਤਮਾਨ ਸਮੇਂ ਦੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਇਹ ਭੋਗਣਾ ਪੈਂਦਾ। ਜਿਹੜੇ ਨਸਲੀ ਵਿਤਕਰਾ ਸੀ ਨਾ ਵਿਦਿਆਰਥੀਓ, ਉਹ ਸਭ ਤੋਂ ਵੱਧ ਇੰਗਲੈਂਡ ਦੇ ਵਿੱਚ ਦੇਖਣ ਨੂੰ ਮਿਲਿਆ, ਔਰ ਇੰਗਲੈਂਡ ਦੇ ਵਿੱਚ ਰਹਿਣ ਵਾਲੇ ਲੋਕ ਹੈ ਜਿਹੜੇ, ਉਹਨਾਂ ਨੇ ਇਸ ਨੂੰ ਭੋਗਿਆ। ਇਸ ਵਿਤਕਰੇ ਦੀਆਂ ਜੜ੍ਹਾਂ ਇੰਗਲੈਂਡ ਦੇ ਵਿੱਚ ਬਹੁਤ ਡੂੰਘੀਆਂ, ਕੈਨੇਡਾ ਤੇ ਅਮਰੀਕਾ ਵਿੱਚ ਇਸ ਵਿਤਕਰੇ ਦੀਆਂ ਜੜ੍ਹਾਂ ਹੋਰ ਰੂਪ ਦੇ ਵਿੱਚ ਮੌਜੂਦ ਹੈ। ਸਿੱਧੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਨਸਲੀ ਵਿਤਕਰਾ ਉਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਦਾ ਇੰਗਲੈਂਡ ਦੇ ਵਿੱਚ ਹੈ। ਪੱਛਮੀ ਦੇਸ਼ਾਂ ਦੇ ਇਤਿਹਾਸਕ ਵਿਕਾਸ ਦੀ ਗਤੀ ਨਾਲ ਜਾਗੀਰਦਾਰੀ ਵਿਵਸਥਾ ਵਿੱਚੋਂ ਨਿਕਲ ਕੇ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਪੂਰਨ ਰੂਪ ਵਿੱਚ ਪ੍ਰਵੇਸ਼ ਕਰ ਚੁੱਕੇ ਹੈ ਪੱਛਮੀ ਦੇਸ਼ ਹੈ ਜਿਹੜੇ ਸਾਰੇ। ਦੂਸਰੇ ਪਾਸੇ ਪ੍ਰਵਾਸ ਕਰਨ ਵਾਲੇ ਏਸ਼ੀਅਨ ਤੇ ਪੰਜਾਬੀ ਲੋਕ ਜਾਗੀਰਦਾਰੀ ਤੇ ਪਛੜੀ ਅਰਥ ਵਿਵਸਥਾ ਵਿੱਚੋਂ ਨਿਕਲ ਕੇ ਪੱਛਮੀ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਪ੍ਰਵੇਸ਼ ਕਰਦੇ ਹਨ। ਪੱਛਮੀ ਮੁਲਕਾਂ ਦੀ ਆਜ਼ਾਦੀ ਅਤੇ ਵਿਕਸਿਤ ਅਰਥ ਵਿਵਸਥਾ ਨਾਲ ਸੰਬੰਧਿਤ ਲੋਕ ਪ੍ਰਵਾਸੀਆਂ ਨੂੰ ਆਪਣੇ ਰੁਜ਼ਗਾਰ ਉੱਤੇ ਕਬਜ਼ਾ ਕਰਨ ਵਾਲੇ ਧਾੜਵੀਆਂ ਦੇ ਤੌਰ ਤੇ ਦੇਖਦੇ ਆ। ਸਮਝ ਗਏ ਨਾ ਇਹ ਗੱਲ? ਇਹ ਜਦੋਂ ਪੱਛਮੀ ਮੁਲਕਾਂ ਦੇ ਸਥਾਨਕ ਲੋਕ ਪ੍ਰਵਾਸੀ ਪੰਜਾਬੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਆ ਤਾਂ ਉਹ ਇੱਕ ਨਵਾਂ ਅਨੁਭਵ ਆਪਣੇ ਆਪ ਨੂੰ ਮਹਿਸੂਸ ਕਰਦੇ ਆ। ਉਹਨਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ। ਨਸਲੀ ਵਿਤਕਰੇ, ਨਸਲੀ ਟਿੱਪਣੀਆਂ ਦੇ ਨਾਲ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਨਸਲਵਾਦਾਂ ਦੇ ਉੱਪਰ ਬਹੁਤ ਸਾਰੇ ਨਾਵਲ ਜਿਹੜੇ ਉਹ ਲਿਖੇ ਹੈ। ਇਹਨਾਂ ਨਾਵਲਾਂ ਦੇ ਵਿੱਚ ਆਪਾਂ ਜੇਕਰ ਦੇਖੀਏ ਤਾਂ ਹਰਜੀਤ ਅਟਵਾਲ, ਦਰਸ਼ਨ ਧੀਰ, ਸਵਰਨ ਚੰਦਨ, ਮੋਹਨ ਕੁੱਕੜਪਿੰਡੀਆ ਦੇ ਨਾਵਲ ਆਉਂਦੇ ਆ। ਵਿਦਿਆਰਥੀਓ, ਨਸਲੀ ਵਿਤਕਰੇ ਦੀ ਜਿਹੜੀ ਧਾਰਨਾ ਹੈਗੀ ਹੈ ਹਰ ਇੱਕ ਦੇਸ਼ ਦੇ ਵਿੱਚ ਮੌਜੂਦ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪੱਛਮੀ ਮੁਲਕਾਂ ਦੇ ਲੋਕ ਜਿੱਥੇ ਬਾਕੀ ਦੁਨੀਆ ਦੇ ਲੋਕਾਂ ਦੇ ਰੰਗ, ਪਹਿਰਾਵੇ, ਖਾਣ ਪੀਣ ਦੇ ਢੰਗ, ਸੱਭਿਆਚਾਰਕ ਗਤੀਵਿਧੀਆਂ ਕਾਰਨ ਇਹ ਵਿਤਕਰਾ ਉੱਭਰਦਾ ਹੈ, ਉੱਥੇ ਵੱਖ-ਵੱਖ ਦੇਸ਼ ਹੋਰਨਾਂ ਪੱਧਰਾਂ ਦੇ ਉੱਪਰ ਵੀ ਇਹ ਵਿਤਕਰੇ ਦਾ ਸ਼ਿਕਾਰ ਹੁੰਦੇ ਆ। ਪੰਜਾਬੀ ਨਾਵਲਕਾਰ ਨਕਸ਼ਦੀਪ ਪੰਜਗੋਹਾ ਨੇ ਆਪਣੇ ਨਾਵਲ ਗਿਰਬੀ ਹੋਏ ਮਨ ਦੇ ਵਿੱਚ ਇਸ ਨਸਲੀ ਵਿਤਕਰੇ ਨੂੰ ਬੜੇ ਵਧੀਆ ਢੰਗ ਦੇ ਨਾਲ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਅਗਲਾ ਜਿਹੜਾ ਮਸਲਾ ਕੀਤਾ ਪੀੜੀ ਪਾੜੇ ਦਾ ਰੂਪਾਂਤਰਨ ਜਿਹੜਾ ਨਾਵਲ ਦੇ ਵਿੱਚ ਪੇਸ਼ ਹੋਇਆ ਉਹਦੇ ਬਾਰੇ ਹੈ। ਸਧਾਰਨ ਅਰਥਾਂ ਵਿੱਚ ਪੀੜੀ ਪਾੜਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਵਿਸ਼ਵ ਦੇ ਹਰ ਸਮੁਦਾਇ ਦੀ ਸਮਾਜਿਕ ਬਣਤਰ ਵਿੱਚ ਮੌਜੂਦ ਹੈ। ਪਹਿਲੀ ਪੀੜੀ ਨਾਲੋਂ ਦੂਸਰੀ ਪੀੜੀ ਦੀ ਸੋਚ ਵੱਖਰੀ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਹੈ ਜੋ ਸਮਾਜਿਕ ਵਿਕਾਸ ਦੀ ਗਤੀਸ਼ੀਲਤਾ ਨੂੰ ਦਰਸਾਉਂਦੀ ਹੈ। ਵੱਖ-ਵੱਖ ਪੀੜ੍ਹੀਆਂ ਦਾ ਟਕਰਾਓ ਅਸਲ ਵਿੱਚ ਪਰੰਪਰਾ ਅਤੇ ਪ੍ਰਗਤੀ ਦਾ ਟਕਰਾਓ ਹੈ। ਪਹਿਲੀ ਪੀੜ੍ਹੀ ਦਾ ਦੂਜੀ ਪੀੜ੍ਹੀ ਦੇ ਨਾਲ ਟਕਰਾਓ ਇੱਕ ਸਧਾਰਨ ਪ੍ਰਕਿਰਿਆ ਹੈ। ਟੱਕਰ ਦੀ ਸਥਿਤੀ ਵਿੱਚ ਦੂਸਰੀ ਪੀੜ੍ਹੀ ਅਖੀਰ ਵਿੱਚ ਨਿਰਣਾਇਕ ਬਣਦੀ ਹੈ ਕਿਉਂਕਿ ਸਮੇਂ ਦੀਆਂ ਤਬਦੀਲੀਆਂ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਉਸ ਕੋਲ ਚਲੀਆਂ ਜਾਂਦੀਆਂ। ਪੀੜ੍ਹੀ ਪਾੜੇ ਦੀ ਇਹ ਸਥਿਤੀ ਸਧਾਰਨ ਪੀੜ੍ਹੀ ਪਾੜੇ ਨਾਲ ਸੰਬੰਧਿਤ ਹੈ ਜੋ ਹਰ ਸਮਾਜ ਵਿੱਚ ਵੱਖਰੇ ਵੱਖਰੇ ਢੰਗ ਨਾਲ ਪੇਸ਼ ਹੁੰਦੀ ਹੈ। ਪੀੜ੍ਹੀ ਪਾੜੇ ਦੀ ਜਟਲ ਤੇ ਸੰਕਟਮਈ ਸਥਿਤੀ ਉਦੋਂ ਉਪਜਦੀ ਹੈ ਜਦੋਂ ਵੱਖ-ਵੱਖ ਸੱਭਿਆਚਾਰਕ ਇਕਾਈਆਂ ਦਾ ਆਪਸੀ ਮਿਲਾਪ ਹੁੰਦਾ ਹੈ। ਪ੍ਰਵਾਸੀ ਪੰਜਾਬੀਆਂ ਦੀ ਸਥਿਤੀ ਵਿੱਚ ਇਸ ਤਰ੍ਹਾਂ ਦਾ ਪੀੜ੍ਹੀ ਪਾੜਾ ਘੱਟ ਗਿਣਤੀ ਸੱਭਿਆਚਾਰਕ ਇਕਾਈ ਅਤੇ ਸਥਾਨਕ ਬਹੁ ਗਿਣਤੀ ਸੱਭਿਆਚਾਰਕ ਇਕਾਈ ਦੇ ਟਕਰਾਓ ਵਿੱਚੋਂ ਨਿਕਲਦਾ ਪ੍ਰਤੀਤ ਹੁੰਦਾ ਹੈ। ਪੰਜਾਬੀ ਘੱਟ ਗਿਣਤੀ ਨਾਲ ਸੰਬੰਧਿਤ ਹੋਣ ਕਰਕੇ ਹਾਸ਼ੀਏ ਦੇ ਉੱਪਰ ਚਲੇ ਜਾਂਦੇ ਆ। ਪ੍ਰਵਾਸੀ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਆਪਣੇ ਮੂਲ ਸੱਭਿਆਚਾਰ ਸਰੋਕਾਰਾਂ ਨਾਲ ਪੂਰੀ ਤਰ੍ਹਾਂ ਨਾਲ ਜੁੜੀ ਰਹਿੰਦੀ ਹੈ। ਜਿਹੜੀ ਪਹਿਲੀ ਪੀੜ੍ਹੀ ਸੀਗੀ ਉਹ ਸੱਭਿਆਚਾਰ ਨਾਲ ਜੁੜੀ ਰਹਿੰਦੀ ਹੈ। ਦੂਸਰੀ ਤੇ ਜਿਹੜੀ ਤੀਸਰੀ ਪੀੜ੍ਹੀ ਹੈ ਉਹ ਉੱਥੋਂ ਦੇ ਸਮਾਜਿਕ ਤੇ ਸੱਭਿਆਚਾਰਕ ਕਹਿ ਸਕਦੇ ਹਾਂ ਕਿ ਸਥਿਤੀਆਂ ਦੇ ਵਿੱਚ ਪੂਰੀ ਤਰ੍ਹਾਂ ਬਲੀਨ ਹੋ ਜਾਂਦੇ ਆ, ਉੱਥੋਂ ਦੇ ਸੱਭਿਆਚਾਰ ਨੂੰ ਸਵੀਕਾਰ ਕਰ ਲੈਂਦੇ ਆ। ਤੇ ਜਿਹੜੇ ਪਹਿਲੀ ਪੀੜ੍ਹੀ ਦੇ ਲੋਕ ਇਹ ਹੁੰਦੇ ਆ ਉਹ ਦੂਸਰੀ ਪੀੜ੍ਹੀ ਦੇ ਨਾਲ ਇਹਨਾਂ ਗੱਲਾਂ ਦੇ ਉੱਪਰ ਉਲਝਦੇ ਆ, ਇਹਨਾਂ ਗੱਲਾਂ ਦੇ ਨਾਲ ਉਹ ਇੱਕ ਦੂਜੇ ਦੇ ਸਾਹਮਣੇ ਆਉਂਦੇ ਆ। ਪ੍ਰਵਾਸੀ ਪੰਜਾਬੀ ਹਰ ਹਾਲਤ ਵਿੱਚ ਆਪਣੇ ਬੱਚਿਆਂ ਨੂੰ ਆਪਣੀਆਂ ਮੂਲ ਮਾਨਤਾਵਾਂ ਨਾਲ ਜੋੜੀ ਰੱਖਣਾ ਚਾਹੁੰਦੇ ਆ। ਪ੍ਰਵਾਸ ਕਰਨ ਵਾਲੀ ਪਹਿਲੀ ਪੀੜ੍ਹੀ ਜਿਹੜੀਆਂ ਸਥਿਤੀਆਂ ਦਾ ਤਿਆਗ ਕਰਦੀ ਹੈ ਉਹਨਾਂ ਸਥਿਤੀਆਂ ਦਾ ਸੰਬੰਧ ਜਾਗੀਰਦਾਰੀ ਸਮਾਜਿਕ ਸੋਚ ਨਾਲ ਜੁੜਿਆ ਰਹਿੰਦਾ ਹੈ। ਪ੍ਰਵਾਸੀ ਜੀਵਨ ਜਾਂਚ ਦੇ ਪੂੰਜੀਵਾਦੀ ਮਾਹੌਲ ਵਿੱਚ ਵਿਚਰਨ ਵਾਲੀ ਦੂਜੀ ਪੀੜ੍ਹੀ
ਪਦਾਰਥਕ ਪ੍ਰਾਪਤੀ ਵੱਲ ਦੌੜਦੀ ਹੈ। ਪ੍ਰਵਾਸੀ ਪੰਜਾਬੀ ਨਾਵਲ ਇਹਨਾਂ ਸਥਿਤੀਆਂ ਨੂੰ ਸਮਝਦਾ ਹੈ ਤੇ ਇਹਨਾਂ ਦੀ ਪਰਤ ਦਰ ਪਰਤ ਖੋਲ ਕੇ ਆਪਣੇ ਵਿਸ਼ੇ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਸੋ ਵਿਦਿਆਰਥੀਓ, ਜਿਹੜਾ ਪੀੜ੍ਹੀ ਪੜ੍ਹ ਹੈ ਨਾ, ਇਹ ਇੱਕ ਪ੍ਰਕਿਰਿਆ ਹੈ ਜਿਹੜੀ ਕਿ ਸਾਡੇ ਨਾਵਲ ਦੇ ਵਿੱਚ ਪੇਸ਼ ਹੋਈ ਹੈ। ਬਹੁਤ ਸਾਰੇ ਪੰਜਾਬੀ ਨਾਵਲ ਹੈ ਜਿਨ੍ਹਾਂ ਨੇ ਆਪਣੇ ਨਾਵਲਾਂ ਦੇ ਵਿੱਚ ਇਹਦੀ ਪੇਸ਼ਕਾਰੀ ਕੀਤੀ ਹੈ। ਉਹਨਾਂ ਦੇ ਵਿੱਚ ਕਿਉਂਕਿ ਨਾਵਲਕਾਰ ਉਹੀ ਹੈ ਜਿਨ੍ਹਾਂ ਦੇ ਵਿੱਚ ਕੇਸਰ ਸਿੰਘ ਹੋ ਗਿਆ, ਜਰਨੈਲ ਸੇਖਾ ਹੋ ਗਿਆ, ਅਵਤਾਰ ਰੋਡੇ ਹੋ ਗਿਆ, ਨਦੀਮ ਪਰਮਾਰ ਹੋ ਗਿਆ, ਨਛੱਤਰ ਗਿੱਲ, ਨਕਸ਼ਦੀਪ ਪੰਚਗੋਹਾ, ਹਰਮਿੰਦਰ ਚਾਹਲ। ਇਹ ਹਰਮਿੰਦਰ ਸਿੰਘ ਚਾਹਲ ਹੈ ਜਿਹੜੇ ਇਹ ਬਿਲਕੁਲ ਨਵੇਂ ਨਾਵਲਕਾਰ ਹੈ। ਇਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪੇਸ਼ ਕਰਨ ਦੀ ਸਫਲਤਾਪੂਰਵਕ ਕੋਸ਼ਿਸ਼ ਕੀਤੀ ਹੈ। ਅਗਲਾ ਹੈਗਾ ਸੱਭਿਆਚਾਰਕ ਪਹਿਚਾਣ ਦਾ ਸੰਕਟ। ਸਭ ਤੋਂ ਮਹੱਤਵਪੂਰਨ ਪੁਆਇੰਟ ਬਣਦਾ ਹੈ ਤੁਹਾਡੇ ਨਾਵਲ ਦਾ ਸੱਭਿਆਚਾਰਕ ਪਹਿਚਾਣ ਦਾ ਸੰਕਟ। ਪ੍ਰਵਾਸ ਕਰਨ ਵਾਲਾ ਮਨੁੱਖ ਆਪਣੇ ਦੇਸ਼ ਦੀਆਂ ਭੂਗੋਲਿਕ ਸੀਮਾਵਾਂ ਪਾਰ ਕਰਕੇ ਦੂਸਰੇ ਦੇਸ਼ ਵਿੱਚ ਪ੍ਰਵੇਸ਼ ਹੀ ਨਹੀਂ ਕਰਦਾ, ਸਗੋਂ ਉਹ ਇੱਕ ਸੱਭਿਆਚਾਰਕ ਬਣਤਰ ਨੂੰ ਛੱਡ ਕੇ ਦੂਸਰੀ ਸੱਭਿਆਚਾਰਕ ਬਣਤਰ ਵਿੱਚ ਵੀ ਪ੍ਰਵੇਸ਼ ਕਰਦਾ। ਇਹ ਇੱਕ ਬਹੁਤ ਮਹੱਤਵਪੂਰਨ ਪੁਆਇੰਟ ਹੈ, ਕਿਉਂਕਿ ਇੱਕ ਸੱਭਿਆਚਾਰ ਨੂੰ ਜਦੋਂ ਇੱਕ ਮਨੁੱਖ ਛੱਡਦਾ, ਦੂਸਰੇ ਸੱਭਿਆਚਾਰ ਨਾਲ ਉਹਦਾ ਟਕਰਾ ਹੁੰਦਾ ਹੈ, ਉਹ ਆਪਣੀਆਂ ਮੂਲ ਸੱਭਿਆਚਾਰਕ ਜਿਹੜੇ ਵਿਚਾਰ ਆ ਉਹਨਾਂ ਨਾਲ ਲੈ ਕੇ ਜਾਂਦਾ ਹੈ। ਪਰ ਜਿਹੜਾ ਉੱਥੋਂ ਦਾ ਸਥਾਨਕ ਸੱਭਿਆਚਾਰ ਹੁੰਦਾ ਹੈ ਉਹ ਇਹਨਾਂ ਨੂੰ ਚੰਗਾ ਨਹੀਂ ਸਮਝਦਾ। ਇਸ ਸੰਦਰਭ ਵਿੱਚ ਜੇਕਰ ਦੇਖਿਆ ਜਾਵੇ ਤਾਂ ਪ੍ਰਵਾਸੀ ਪੰਜਾਬੀ ਆਪਣੇ ਮੂਲ ਸਥਾਨ ਦੀਆਂ ਬਹੁਤ ਸਾਰੀਆਂ ਜੀਵਨ ਸ਼ੈਲੀਆਂ ਦਾ ਤਿਆਗ ਕਰਕੇ ਨਵੇਂ ਭੂਗੋਲ ਖੇਤਰ ਵਿੱਚ ਨਵੀਆਂ ਜੀਵਨ ਸ਼ੈਲੀਆਂ ਨਾਲ ਆਪਣਾ ਸੰਬੰਧ ਸਥਾਪਿਤ ਕਰਦਾ ਹੈ। ਇਹ ਇੱਕ ਸਧਾਰਨ ਪ੍ਰਕਿਰਿਆ ਹੈ, ਹਰ ਇੱਕ ਪੰਜਾਬੀ ਇਸ ਦੇ ਵਿੱਚੋਂ ਗੁਜ਼ਰਦਾ ਹੈ। ਪੰਜਾਬੀ ਲੋਕਾਂ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰਕ ਸਥਿਤੀਆਂ ਪੱਛਮੀ ਦੇਸ਼ ਦੀ ਜੀਵਨ ਸ਼ੈਲੀ ਤੇ ਸੱਭਿਆਚਾਰਕ ਸਥਿਤੀਆਂ ਤੋਂ ਬਿਲਕੁਲ ਭਿੰਨ ਹੈ। ਇੱਥੇ ਆ ਕੇ ਇਹ ਇੱਕ ਦੂਜੇ ਨਾਲ ਟਕਰਾਓ ਪੈਦਾ ਹੁੰਦਾ। ਟਕਰਾਓ ਦਾ ਮੁੱਖ ਕਾਰਨ ਕੀ ਹੈ ਕਿ ਜਿਹੜਾ ਸਾਡਾ ਸੱਭਿਆਚਾਰ ਹੈ ਅਸੀਂ ਉਹਦੇ ਉੱਪਰ ਜ਼ੋਰ ਦਿੰਦੇ ਹਾਂ। ਸਾਡਾ ਸੱਭਿਆਚਾਰ ਤੇ ਉਹਨਾਂ ਦਾ ਸਥਾਨਕ ਸੱਭਿਆਚਾਰ ਆਪਸ ਦੇ ਵਿੱਚ ਬਹੁਤ ਭਿੰਨ ਹੈ। ਸਾਡੀ ਦੂਸਰੀ ਜਾਂ ਤੀਸਰੀ ਪੀੜ੍ਹੀ ਜਦੋਂ ਉਸ ਸੱਭਿਆਚਾਰ ਦੇ ਵਿੱਚ ਪੈਂਦੀ ਹੈ, ਉਹਨਾਂ ਨੂੰ ਉਹ ਸੱਭਿਆਚਾਰ ਹੀ ਆਪਣਾ ਸੱਭਿਆਚਾਰ ਲੱਗਣ ਲੱਗ ਜਾਂਦਾ ਹੈ ਤੇ ਸਾਡੀ ਪਹਿਲੀ ਪੀੜ੍ਹੀ ਉਹ ਤੋਂ ਦੁਖੀ ਹੁੰਦੀ ਹੈ। ਇਹ ਸਥਿਤੀ ਨੂੰ ਪੇਸ਼ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਦੇਖੋ ਕਿ ਪਹਿਲਾ ਜਿਹੜਾ ਪ੍ਰਵਾਸ ਦਾ ਦੌਰ ਸੀਗਾ ਨਾ, ਪੰਜਾਬੀਆਂ ਦੇ ਪ੍ਰਵਾਸ ਦਾ ਮੂਲ ਕਾਰਨ ਰੁਜ਼ਗਾਰ ਨਾਲ ਜੁੜਿਆ ਹੋਣ ਹੈਗਾ। ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਾਪਤੀ ਕਰਨ ਲਈ ਪੰਜਾਬੀਆਂ ਨੂੰ ਆਪਣੇ ਪਹਿਰਾਵੇ, ਸਮਾਜਿਕ ਤੇ ਧਾਰਮਿਕ ਚਿੰਨ੍ਹਾਂ ਦੀ ਆਹੂਤੀ ਦੇਣੀ ਪੈਂਦੀ ਹੈ। ਪ੍ਰਵਾਸ ਦੇ ਪਹਿਲੇ ਦੌਰ ਵਿੱਚ ਕੈਨੇਡਾ ਵਿੱਚ ਆਰਥਿਕ ਮੰਦਵਾੜੇ ਸਮੇਂ ਇੰਗਲੈਂਡ ਵਿੱਚ 20ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਨਸਲੀ ਵਿਤਕਰੇ ਤੋਂ ਬਚਣ ਲਈ ਪ੍ਰਵਾਸੀ ਪੰਜਾਬੀ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਤਿਆਗ ਦਿੰਦੇ ਆ। ਪ੍ਰਵਾਸ ਦੌਰਾਨ ਸੱਭਿਆਚਾਰਕ ਸੰਕਟ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਪੱਛਮੀ ਦੇਸ਼ਾਂ ਦੇ ਮੂਲ ਸੱਭਿਆਚਾਰਕ ਢਾਂਚੇ ਨੂੰ ਸਮਝਿਆ ਜਾਵੇ। ਪੱਛਮੀ ਦੇਸ਼ਾਂ ਦਾ ਸਥਾਨਕ ਸੱਭਿਆਚਾਰ ਸੱਤਾਮੁਖੀ ਅਤੇ ਆਰਥਿਕ ਪ੍ਰਾਪਤੀਆਂ ਦਾ ਮਾਲਕ ਹੈ। ਪ੍ਰਵਾਸ ਕਰਨ ਵਾਲੇ ਲੋਕਾਂ ਨੇ ਇਹਨਾਂ ਸਥਿਤੀਆਂ ਵਿੱਚ ਨੌਕਰੀ ਵੀ ਕਰਨੀ ਹੈ, ਜ਼ਿੰਦਗੀ ਦਾ ਵੀ ਗੁਜ਼ਾਰਨੀ ਹੈ। ਇਸ ਤਰ੍ਹਾਂ ਪ੍ਰਵਾਸੀ ਪੰਜਾਬੀ ਦੋ ਸਥਿਤੀਆਂ ਵਿੱਚ ਜਿਉਂਦਾ। ਇੱਕ ਸਥਿਤੀ ਦਾ ਸੰਬੰਧ ਘਰ ਨਾਲ ਹੈ ਤੇ ਦੂਸਰੀ ਸਥਿਤੀ ਦਾ ਸੰਬੰਧ ਕੰਮਕਾਜ ਦੇ ਨਾਲ ਜੁੜਿਆ ਹੋਇਆ। ਘਰ ਤੋਂ ਬਾਹਰ ਪੱਛਮੀ ਸਮਾਜਿਕ ਸਥਿਤੀਆਂ, ਘਰ ਦੇ ਵਿੱਚ ਤਣਾਅ ਮੁਕਤ ਆਪਣਾ ਸੱਭਿਆਚਾਰ ਹੈ। ਉਹ ਇਹਨਾਂ ਦੋਨਾਂ ਸੱਭਿਆਚਾਰਾਂ ਦੇ ਵਿੱਚ ਪਿਛੜ ਰਿਹਾ। ਆਪਣੀ ਸੱਭਿਆਚਾਰਕ ਪਹਿਚਾਣ ਨੂੰ ਬਾਹਰ ਜਾ ਕੇ ਤਾਂ ਉਹ ਛੁਪਾਉਂਦਾ, ਘਰ ਦੇ ਵਿੱਚ ਉਹਦਾ ਖੁੱਲ੍ਹਾ ਪ੍ਰਦਰਸ਼ਨ ਕਰਦਾ। ਇਹ ਇੱਕ ਜਟਿਲ ਪ੍ਰਕਿਰਿਆ ਹੈ। ਇਸ ਜਟਿਲ ਪ੍ਰਕਿਰਿਆ ਨੂੰ ਸਾਡਾ ਪੰਜਾਬੀ ਨਾਵਲ ਬਾਖੂਬੀ ਪੇਸ਼ ਕਰਦਾ। ਬਹੁਤ ਸਾਰੀਆਂ ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਤਿੱਥ ਤਿਉਹਾਰ, ਧਾਰਮਿਕ ਸੋਚ, ਜਾਤੀਗਤ ਸਮੀਕਰਨ, ਇਹ ਸਾਰੀਆਂ ਗੱਲਾਂ ਪੰਜਾਬੀ ਨਾਵਲ ਦੇ ਵਿੱਚ ਪੇਸ਼ ਹੁੰਦੀਆਂ। ਪੰਜਾਬੀ ਜੀਵਨ ਸ਼ੈਲੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ, ਇਹਨਾਂ ਸਾਰੇ ਵਰਤਾਰਿਆਂ ਨੂੰ ਨਾਵਲ ਦੇਖਦਾ ਔਰ ਇਸ ਜੀਵਨ ਸ਼ੈਲੀ ਨੂੰ ਆਪਣੇ ਵਿੱਚ ਵਿਸ਼ੇ ਦੇ ਤੌਰ ਤੇ ਪੇਸ਼ ਕਰਦਾ। ਪ੍ਰਵਾਸੀ ਪੰਜਾਬੀਆਂ ਦਾ ਘੱਟ ਗਿਣਤੀ ਸੱਭਿਆਚਾਰ ਜਾਗੀਰਦਾਰੀ ਸਮਾਜਿਕ ਸਥਿਤੀਆਂ ਨਾਲ ਜੁੜਿਆ ਹੋਇਆ। ਪੱਛਮੀ ਅਤ ਵਿਕਸਿਤ ਪੂੰਜੀਵਾਦੀ ਬਹੁਲਤਾ ਵਾਲੇ ਸੱਭਿਆਚਾਰ ਵੱਲੋਂ ਹਜ਼ਮ ਕਰਨ ਜਾਣ ਦੀਆਂ ਚੁਣੌਤੀਆਂ ਉਹਦੇ ਸਾਹਮਣੇ ਪੇਸ਼ ਹੋ ਰਹੀਆਂ। ਗੱਲ ਸਿਰਫ ਇਹੀ ਹੈ ਕਿਉਂਕਿ ਜਿਹੜਾ ਭਾਰਤੀ ਸੱਭਿਆਚਾਰ ਹੈ ਤੇ ਉੱਥੋਂ ਦਾ ਸਥਾਨਕ ਸੱਭਿਆਚਾਰ ਹੈ, ਪੰਜਾਬੀ ਸੱਭਿਆਚਾਰ ਤੇ ਉਸ ਸੱਭਿਆਚਾਰ ਦੇ ਵਿੱਚ ਟਕਰਾਅ ਹੁੰਦਾ। ਹਮੇਸ਼ਾ ਭਾਰੂ ਸੱਭਿਆਚਾਰ ਹੈ ਜਿਹੜਾ ਉਹ ਉਪ ਸੱਭਿਆਚਾਰ ਨੂੰ ਖਤਮ ਕਰ ਦਿੰਦਾ। ਪ੍ਰਵਾਸੀ ਪੰਜਾਬੀ ਦੀਆਂ ਪਰਿਵਾਰਕ ਇਕਾਈਆਂ ਉੱਪਰ
ਇਹਨਾਂ ਸਥਿਤੀਆਂ ਦਾ ਬਹੁਤ ਪ੍ਰਭਾਵ ਪੈਂਦਾ। ਦਰਸ਼ਨ ਧੀਰ ਦਾ ਨਾਵਲ ਸੰਘਰਸ਼ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਪੇਸ਼ ਕਰਦਾ। ਪ੍ਰਵਾਸੀ ਪੰਜਾਬੀਆਂ ਦੇ ਇੰਗਲੈਂਡ ਵਿੱਚ ਸੱਭਿਆਚਾਰਕ ਸੰਕਟ ਨੂੰ ਇਹ ਨਾਵਲ ਪੇਸ਼ ਕਰਦਾ। ਸੋ ਜਿਹੜਾ ਸੱਭਿਆਚਾਰਕ ਸੰਕਟ ਹੈ ਇਹ ਪੰਜਾਬੀਆਂ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਸੰਕਟ ਹੈ, ਜਿਹਨੂੰ ਕਿ ਪੰਜਾਬੀ ਨਾਵਲ ਪੇਸ਼ ਕਰਦਾ ਹੈ। ਪ੍ਰਵਾਸੀ ਪੰਜਾਬੀ ਔਰਤ ਦੀ ਸਥਿਤੀ ਬਾਰੇ ਵੀ ਬਹੁਤ ਸਾਰੇ ਨਾਵਲਕਾਰਾਂ ਨੇ ਗੱਲ ਕੀਤੀ ਹੈ। ਸਾਡੀ ਸਥਾਨਕ ਔਰਤ ਜਦੋਂ ਇੱਕੋ ਸਮੇਂ ਇੱਧਰਲੀਆਂ ਸਥਿਤੀਆਂ ਦੇ ਵਿੱਚੋਂ ਨਿਕਲ ਕੇ ਪਿੰਡ ਦੇ ਵਿੱਚ ਉੱਠ ਕੇ ਸਿੱਧੀ ਵੈਨਕੂਵਰ ਜਾਂ ਵੱਡੇ ਸ਼ਹਿਰ ਟੋਰਾਂਟੋ ਵਗੈਰਾ ਦੇ ਵਿੱਚ ਜਾਂਦੇ ਆ, ਉੱਥੋਂ ਦਾ ਸੱਭਿਆਚਾਰ ਬਿਲਕੁਲ ਵੱਖਰੀ ਤਰ੍ਹਾਂ ਦਾ ਹੁੰਦਾ ਹੈ, ਉੱਥੋਂ ਦਾ ਰਹਿਣ ਸਹਿਣ ਵੱਖਰੀ ਤਰ੍ਹਾਂ ਦਾ ਹੁੰਦਾ ਹੈ, ਉਹਨਾਂ ਲੋਕਾਂ ਦੀ ਸੋਚ ਵੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਸਾਡੇ ਔਰਤ ਉੱਥੇ ਜਾ ਕੇ ਕਮਾਈ ਦੇ ਨਾਲ ਜੁੜਦੀ ਹੈ, ਉਹ ਖੁਦ ਜਾ ਕੇ ਕਮਾਉਂਦੀ ਹੈ। ਜਦੋਂ ਕਮਾਉਂਦੀ ਹੈ ਤਾਂ ਉਸ ਕਮਾਈ ਦਾ ਉਹਨੂੰ ਘੱਟੋ ਘੱਟ ਇਹ ਹੈ ਕਿ ਉਹਨੂੰ ਮਾਣ ਹੁੰਦਾ ਉਸ ਚੀਜ਼ ਦੇ ਉੱਪਰ ਕਿ ਮੈਂ ਕਮਾਈ ਕਰ ਰਹੀ ਹਾਂ। ਜਿਹੜੀ ਸਾਡੇ ਪਹਿਲਾਂ ਪੰਜਾਬ ਦੇ ਵਿੱਚ ਰਹਿਣ ਵਾਲੀ ਔਰਤ ਸੀ, ਉਹਦੀ ਸਥਿਤੀ ਹੈ ਜਿਹੜੀ ਉਹ ਪਰਿਵਾਰ ਤੱਕ ਸੀਮਿਤ ਸੀ, ਉਹ ਘਰ ਦੀ ਚਾਰਦੀਵਾਰੀ ਤੱਕ ਸੀਮਿਤ ਸੀ, ਉਹ ਰਸੋਈ ਤੱਕ ਸੀਮਿਤ ਸੀ। ਪੜ੍ਹੀ ਲਿਖੀ ਔਰਤ ਵੀ ਉਹਨਾਂ ਸਥਿਤੀਆਂ ਨੂੰ ਭੋਗਦੀ ਹੈ, ਪਰ ਉੱਥੇ ਜਾ ਕੇ ਨਜ਼ਰੀਆ ਤੇ ਸਥਿਤੀਆਂ ਬਦਲਦੀਆਂ। ਇਹਨਾਂ ਬਦਲੀਆਂ ਹੋਈਆਂ ਸਥਿਤੀਆਂ ਦੇ ਵਿੱਚ ਔਰਤ ਆਪਣੇ ਆਪ ਨੂੰ ਕਿੱਥੇ ਰੱਖ ਕੇ ਪੇਸ਼ ਕਰਦੀ ਹੈ, ਇਸ ਸਥਿਤੀ ਨੂੰ ਸਾਡਾ ਨਾਵਲ ਪੜ੍ਹਨ ਦੀ ਕੋਸ਼ਿਸ਼ ਕਰਦਾ, ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਪ੍ਰਵਾਸੀ ਪੰਜਾਬੀ ਨਾਵਲ ਵਿੱਚ ਔਰਤ ਦੀ ਦੂਰੀ ਭੂਮਿਕਾ ਹੈ। ਇੱਕ ਪਾਸੇ ਉਹ ਘਰ ਦੇ ਜਿਹੜੇ ਕੰਮਕਾਜ ਉਹਨਾਂ ਨੂੰ ਵੀ ਦੇਖਦੀ ਹੈ, ਦੂਸਰੇ ਪਾਸੇ ਜਿਹੜੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਖਾਤਰ ਬਾਹਰ ਜੌਬ ਵੀ ਕਰਦੀ, ਨੌਕਰੀ ਵੀ ਕਰਦੀ ਹੈ। ਦਰਸ਼ਨ ਧੀਰ ਦਾ ਨਾਵਲ ਪੈੜਾਂ ਦੇ ਆਰ ਪਾਰ, ਸਵਰਨ ਚੰਦਨ ਦਾ ਨਾਵਲ ਕੰਜਕਾਂ, ਜਰਨੈਲ ਸੇਖਾ ਦਾ ਨਾਵਲ ਦੁਨੀਆ ਕੈਸੀ ਹੋਈ, ਨਦੀਮ ਪਰਮਾਰ ਦਾ ਨਾਵਲ ਸਪਾਂਸਰਸ਼ਿਪ, ਇਕਬਾਲ ਰਾਮੂਵਾਲੀਆ ਦਾ ਨਾਵਲ ਮੌਤ ਇੱਕ ਪਾਸਪੋਰਟ ਦੀ, ਮਨਜੀਤ ਰਾਣਾ ਦਾ ਨਾਵਲ ਅੰਗਰੇਜ਼ ਕੁੜੀਆਂ, ਕੈਲਾਸ਼ਪੁਰੀ ਦਾ ਨਾਵਲ ਕਟਹਿਰੇ 'ਚ ਖੜੀ ਔਰਤ, ਤਰਸੇਮ ਨੀਲਗਿਰੀ ਦਾ ਨਾਵਲ ਗਲੋਰੀਆ, ਹਰਜੀਤ ਅਡਵਾਲ ਦਾ ਨਾਵਲ ਮੁਦਰੀ.com, ਨਕਸ਼ਦੀਪ ਪੰਜਗੋਹਾ ਦਾ ਨਾਵਲ ਗਿਰਬੀ ਹੋਏ ਮਨ, ਹਰਮਿੰਦਰ ਚਾਹਲ ਦਾ ਨਾਵਲ ਭੰਵਰ, ਸਸੀਪਾਲ ਸਮੁੰਦਰਾ ਦਾ ਨਾਵਲ ਜੁਗਨੀ। ਇਹਨਾਂ ਸਾਰੇ ਨਾਵਲਾਂ ਦੇ ਵਿੱਚ ਔਰਤ ਦੀ ਸਥਿਤੀ ਨੂੰ ਬਖੂਬੀ ਪੇਸ਼ ਕੀਤਾ ਗਿਆ ਹੈ। ਅਗਲਾ ਮਸਲਾ ਜਿਹੜਾ ਹੈਗਾ ਉਹ ਹੈਗਾ ਪ੍ਰਵਾਸੀ ਪੰਜਾਬੀ ਬਜ਼ੁਰਗਾਂ ਦੀ ਸਥਿਤੀ। ਵਿਦਿਆਰਥੀਓ, ਪ੍ਰਵਾਸ ਦੇ ਵਿੱਚ ਜਾ ਕੇ ਪੰਜਾਬੀ ਬਜ਼ੁਰਗਾਂ ਦੀ ਸਥਿਤੀ ਇੱਥੋਂ ਦੇ ਪੰਜਾਬ ਨਾਲੋਂ ਬਹੁਤ ਸਾਰੀ ਵੱਖਰੀ ਹੈ। ਇੱਥੇ ਸਥਿਤੀਆਂ ਹੋਰ ਹੈ, ਉੱਥੇ ਸਥਿਤੀਆਂ ਹੋਰ ਹੈ। ਇੱਥੋਂ ਦਾ ਬਜ਼ੁਰਗ ਘਰ ਦੇ ਵਿੱਚ ਮਾਲਕ ਦੀ ਸਥਿਤੀ ਦੇ ਵਿੱਚ ਹੈ, ਉੱਥੋਂ ਦਾ ਬਜ਼ੁਰਗ ਹੈ ਜਿਹੜਾ ਪੰਜਾਬੀ, ਉਹਦੀ ਸਥਿਤੀ ਬੱਚੇ ਸਾਂਭਣ ਤੱਕ ਰਹਿ ਜਾਂਦੀ ਹੈ, ਜਾਂ ਫਿਰ ਉਹ ਉੱਥੇ ਜਾ ਕੇ ਵੱਖ-ਵੱਖ ਤਰ੍ਹਾਂ ਦੇ ਸਥਿਤੀਆਂ ਦੇ ਵਿੱਚੋਂ ਗੁਜ਼ਰਦਾ ਹੈ, ਘਰ ਦੇ ਵਿੱਚ ਬੰਦ ਰਹਿੰਦਾ ਹੈ। ਉਹ ਉੱਥੇ ਮਾਨਸਿਕ ਤੌਰ ਦੇ ਉੱਪਰ ਬੜੀ ਵੱਡੀ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਆਪਾਂ ਕਿ ਸੰਤਾਪ ਭੋਗਦਾ। ਪ੍ਰਵਾਸੀ ਪੰਜਾਬੀ ਸਥਿਤੀਆਂ ਦੇ ਵਿੱਚ ਇਸ ਤਰਸਯੋਗ ਸਥਿਤੀ ਦਾ ਕਾਰਨ ਇੱਕ ਤਾਂ ਇਹ ਹੈ ਕਿ ਬਜ਼ੁਰਗ ਵੀ ਆਪਣੀ ਸੋਚ ਨਹੀਂ ਬਦਲਦੇ, ਜਿਹੜਾ ਮੂਲ ਪੰਜਾਬੀ ਸਮਾਜ ਹੈ ਉਹਦੀ ਸੋਚ ਨੂੰ ਨਾਲ ਲੈ ਕੇ ਚੱਲਦੇ ਆ। ਅਜਿਹੀ ਸਥਿਤੀ ਵਿੱਚ ਅਗਲੀਆਂ ਪੀੜ੍ਹੀਆਂ ਨਾਲ ਤਣਾਅ ਉਪਜਦਾ। ਪ੍ਰਵਾਸੀ ਬਜ਼ੁਰਗਾਂ ਦੀ ਸਥਿਤੀ ਨੂੰ ਬਹੁਤ ਸਾਰੇ ਨਾਵਲਕਾਰਾਂ ਨੇ ਪੇਸ਼ ਕੀਤਾ। ਇਹਨਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਕੇਸਰ ਸਿੰਘ, ਸਾਧੂ ਸਿੰਘ ਧਾਮੀ, ਦਰਸ਼ਨ ਧੀਰ, ਸਵਰਨ ਚੰਦਨ, ਨਦੀਮ ਪਰਮਾਰ, ਮੋਹਨ ਕੁੱਕੜਪਿੰਡੀਆ, ਹਰਿੰਦਰ ਬਜਾਜ, ਨਛੱਤਰ ਗਿੱਲ, ਹਰਮਿੰਦਰ ਚਾਹਲ, ਨਕਸ਼ਦੀਪ ਪੰਜਗੋਹਾਂ ਦੇ ਨਾਵਲ ਲਏ ਜਾ ਸਕਦੇ ਆ। ਪ੍ਰਵਾਸੀ ਪੰਜਾਬੀ ਬੱਚਿਆਂ ਦੀ ਸਥਿਤੀ। ਵਿਦਿਆਰਥੀਓ, ਪ੍ਰਵਾਸੀ ਪੰਜਾਬੀ ਨਾਵਲ ਦੇ ਵਿੱਚ ਜਿਹੜੇ ਉੱਥੋਂ ਦੇ ਸਥਾਨਕ ਪੈਦਾ ਹੋਏ ਬੱਚੇ ਆ ਪੰਜਾਬੀ, ਉਹਨਾਂ ਦੀ ਸਥਿਤੀ ਨੂੰ ਵੀ ਚੰਗੀ ਤਰ੍ਹਾਂ ਪੇਸ਼ ਕੀਤਾ। ਸਾਡਾ ਜਿਹੜਾ ਇੱਧਰੋਂ ਗਿਆ ਹੋਇਆ ਨੌਜਵਾਨ ਹੈ, ਉੱਥੇ ਜਾ ਕੇ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਬੱਚਿਆਂ ਦੇ ਪੈਦਾ ਹੋਣ ਤੋਂ ਬਾਅਦ ਉਹ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣਾ ਚਾਹੁੰਦਾ ਹੈ। ਘਰ ਦੇ ਵਿੱਚ ਬੇਸ਼ੱਕ ਪੰਜਾਬੀ ਸੱਭਿਆਚਾਰ ਦੀਆਂ ਗੱਲਾਂ ਹੁੰਦੀਆਂ, ਪੰਜਾਬੀ ਕਲਚਰ ਦੀਆਂ ਗੱਲਾਂ ਹੁੰਦੀਆਂ, ਪਰ ਬਾਹਰ ਉਹੀ ਬੱਚਾ ਪ੍ਰਵਾਸੀ ਬੱਚਿਆਂ ਨੂੰ ਮਿਲਦਾ ਹੈ, ਉੱਥੋਂ ਦੇ ਸਥਾਨਕ ਬੱਚਿਆਂ ਨੂੰ ਮਿਲਦਾ, ਤੇ ਉਹਦੇ ਉੱਪਰ ਉਹਨਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ। ਇਹਦੇ ਨਾਲ ਕੀ ਹੈ ਕਿ ਜਿਹੜੇ ਸਾਡੇ ਬੱਚੇ ਹੈ ਉਹਨਾਂ ਦੇ ਉੱਪਰ ਉਹ ਪ੍ਰਭਾਵ ਲਗਾਤਾਰ ਕੰਮ ਕਰਦਾ। ਪ੍ਰਵਾਸੀ ਪੰਜਾਬੀ ਸਮਾਜ ਮੁੰਡੇ ਤੇ ਕੁੜੀ ਦੇ ਜਨਮ ਨਾਲ ਸੰਬੰਧਿਤ ਧਾਰਨਾਵਾਂ ਆਪਣੇ ਪੂਰਵ ਸਮਾਜ ਦੀ ਤਰ੍ਹਾਂ ਜਿਉਂ ਦੀ ਤਿਉਂ ਲਾਗੂ ਕਰਦੇ ਆ। ਅਸਲ ਵਿੱਚ ਪੰਜਾਬ ਦੇ ਪੇਂਡੂ ਜਨ ਜੀਵਨ ਵਿੱਚੋਂ ਪ੍ਰਵਾਸ ਕਰਕੇ ਗਏ ਇਹ ਪੰਜਾਬੀ ਪੀੜ੍ਹੀ ਦਾ ਵਾਰਸ ਸਿਰਫ ਲੜਕੇ ਨੂੰ ਮੰਨਦੇ ਆ।
ਉਹਨਾਂ ਦੀ ਇਹ ਪੈਤਰਿਕ ਸੋਚ ਪ੍ਰਵਾਸੀ ਪੰਜਾਬੀ ਸਮਾਜ ਵਿੱਚ ਮੁੰਡੇ ਤੇ ਕੁੜੀ ਦੇ ਮਹੱਤਵ ਨੂੰ ਅਸਾਵਾ ਕਰ ਦਿੰਦੀ ਹੈ। ਪੱਛਮੀ ਸਥਿਤੀਆਂ ਵਿੱਚ ਬੇਸ਼ੱਕ ਹਾਲਾਤ ਬਦਲ ਜਾਂਦੇ ਆ, ਪਰ ਪਹਿਲੀ ਪੀੜ੍ਹੀ ਦੀ ਜਾਗੀਰਦਾਰੀ ਸੋਚ ਲਿੰਗਾਂ ਵਿੱਚ ਭੇਦਭਾਵ ਨੂੰ ਸਥਾਪਿਤ ਕਰਦੀ ਹੈ। ਇਸ ਸੋਚ ਅਧੀਨ ਕੁੜੀਆਂ ਦਾ ਪਾਲਣ ਪੋਸ਼ਣ ਮੁੰਡਿਆਂ ਦੇ ਮੁਕਾਬਲੇ ਵੱਖਰੇ ਹਾਲਾਤਾਂ ਦੇ ਵਿੱਚ ਕੀਤਾ ਜਾਂਦਾ। ਕੁੜੀਆਂ ਉੱਪਰ ਵੱਖਰੀ ਤਰ੍ਹਾਂ ਦੀਆਂ ਅਣਐਲਾਨੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ। ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਗਤੀਵਿਧੀਆਂ ਉੱਪਰ ਨਜ਼ਰ ਰੱਖੀ ਜਾਂਦੀ ਹੈ ਤੇ ਕੁੜੀਆਂ ਦੀਆਂ ਦੋਸਤਾਂ ਉੱਪਰ ਵੀ ਛਾਣਬੀਨ ਚੱਲਦੀ ਰਹਿੰਦੀ ਹੈ। ਇਸ ਸਮੁੱਚੇ ਵਰਤਾਰੇ ਨੂੰ ਪ੍ਰਵਾਸੀ ਪੰਜਾਬੀ ਨਾਵਲ ਚੰਗੀ ਤਰ੍ਹਾਂ ਪੇਸ਼ ਕਰਦਾ। ਇਸ ਪੇਸ਼ਕਾਰੀ ਦੇ ਵਿੱਚ ਦਰਸ਼ਨ ਧੀਰ, ਸਾਧੂ ਧਾਮੀ, ਨਦੀਮ ਪਰਮਾਰ, ਨਛੱਤਰ ਗਿੱਲ, ਹਰਮਿੰਦਰ ਚਾਹਲ, ਮੋਹਨ, ਇਹ ਸਾਰੇ ਨਾਵਲਕਾਰ, ਮਨਜੀਤ ਰਾਣਾ ਸ਼ਾਮਲ ਹੈ। ਇਹਨਾਂ ਦੇ ਨਾਵਲਾਂ ਦੇ ਵਿੱਚ ਬੱਚਿਆਂ ਦੀ ਸਥਿਤੀ ਪੇਸ਼ ਹੁੰਦੀ ਹੈ। ਅਗਲਾ ਮਸਲਾ ਹੈਗਾ ਪ੍ਰਵਾਸੀ ਪੰਜਾਬੀ ਦਲਿਤ ਦੀ ਸਥਿਤੀ ਤੇ ਜਾਤੀਵਾਦੀ ਮਸਲੇ। ਵਿਦਿਆਰਥੀਓ, ਇਹ ਸਥਿਤੀ ਵੀ ਪ੍ਰਵਾਸੀ ਪੰਜਾਬੀ ਨਾਵਲ ਦੇ ਵਿੱਚ ਪੇਸ਼ ਹੋਈ ਹੈ, ਕਿਉਂਕਿ ਜਿਹੜਾ ਸਾਡਾ ਮਾਨਸਿਕ ਸਥਿਤੀ ਹੈ ਉਹ ਪ੍ਰਵਾਸ ਧਾਰਨ ਕਰਨ ਤੋਂ ਬਾਅਦ ਵੀ ਪੰਜਾਬ ਵਾਲੀ ਰਹਿੰਦੀ ਹੈ। ਪ੍ਰਵਾਸੀ ਪੰਜਾਬੀਆਂ ਵਿੱਚ ਦਲਿਤਾਂ ਦੀ ਸਥਿਤੀ ਆਰਥਿਕ ਪੱਖੋਂ ਸੁਧਰ ਜਾਂਦੀ ਹੈ। ਦਲਿਤਾਂ ਨੂੰ ਪ੍ਰਵਾਸ ਕਰਨ ਵਿੱਚ ਸ਼ੁਰੂ ਦੇ ਵਿੱਚ ਬੇਸ਼ੱਕ ਬਹੁਤ ਮੁਸ਼ਕਲਾਂ ਆਈਆਂ, ਪਰ ਉੱਥੇ ਜਾ ਕੇ ਦਲਿਤ ਬੰਦਾ ਜਦੋਂ ਕੰਮ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਸੌਖਾ ਮਹਿਸੂਸ ਕਰਦਾ ਹੈ। ਬੇਸ਼ੱਕ ਉੱਥੇ ਵੀ ਸਾਡੇ ਜਿਹੜੇ ਪੰਜਾਬੀ ਹੈ ਇੱਕ ਦੂਜੇ ਨਾਲ ਵਾਰਤਾਲਾਪ ਦੇ ਵਿੱਚ ਜਾਂ ਵੈਸੇ ਵੀ ਦਲਿਤ ਪਰਿਵਾਰਾਂ ਨੂੰ ਉਸੇ ਤਰ੍ਹਾਂ ਦੇ ਬੰਧਨਾਂ ਦੇ ਵਿੱਚ ਬੰਨ੍ਹ ਕੇ ਰੱਖਦੇ ਆ, ਪਰ ਫਿਰ ਵੀ ਉੱਥੋਂ ਦੀਆਂ ਸਥਾਨਕ ਸਥਿਤੀਆਂ ਪ੍ਰਵਾਸੀਆਂ ਭਾਈਚਾਰੇ ਨੂੰ ਥੋੜ੍ਹੀ ਪ੍ਰਵਾਸੀ ਭਾਈਚਾਰਾ ਜਿਹੜਾ ਪੰਜਾਬੀ ਭਾਈਚਾਰਾ ਉਹਦੇ ਵਿੱਚ ਦਲਿਤ ਭਾਈਚਾਰੇ ਦੀ ਜਿਹੜੀ ਸਥਿਤੀ ਹੈ ਉਹ, ਕਿਉਂਕਿ ਗੁਰਦੁਆਰੇ ਵੱਖਰੇ ਵੱਖਰੇ ਹੈ, ਉਸ ਤਾਂ ਮਾਝੇ ਮਾਲਵੇ ਦੇ ਗੁਰਦੁਆਰੇ ਵੀ ਵੱਖਰੇ, ਕਈ ਵਾਰੀ ਧਰਮ ਦੇ ਨਾਂ ਦੇ ਉੱਪਰ ਪ੍ਰਵਾਸੀਆਂ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਉੱਥੇ ਵੀ ਮਿਲਦੀਆਂ। ਪ੍ਰਵਾਸੀ ਪੰਜਾਬੀ ਨਾਵਲ ਦਲਿਤ ਪਰਿਵਾਰਾਂ ਦੇ ਬੱਚਿਆਂ ਦੀਆਂ ਦੂਸਰੀ ਭਾਰਤੀ ਜਾਂ ਪੰਜਾਬੀ ਜਾਤਾਂ ਵਿੱਚ ਸ਼ਾਦੀਆਂ ਦੇ ਰੁਝਾਨ ਨੂੰ ਵੀ ਪੇਸ਼ ਕਰਦਾ ਹੈ। ਇਸ ਤਰ੍ਹਾਂ ਦਲਿਤ ਭਾਈਚਾਰੇ ਦੀਆਂ ਸਦੀਆਂ ਤੋਂ ਚੱਲੀ ਆ ਰਹੀ ਅਧੀਨ ਅਵਸਥਾ ਤਬਦੀਲ ਹੁੰਦੀ ਪ੍ਰਵਾਸੀ ਪੰਜਾਬੀ ਨਾਵਲ ਦੇ ਵਿੱਚ ਸਾਫ਼ ਦੇਖੀ ਜਾ ਸਕਦੀ ਹੈ। ਸਮਕਾਲੀ ਸਥਿਤੀਆਂ ਦੀ ਪੇਸ਼ਕਾਰੀ ਵੀ ਪ੍ਰਵਾਸੀ ਪੰਜਾਬੀ ਨਾਵਲ ਦਾ ਵਿਸ਼ਾ ਰਹੀ ਹੈ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਵੀ ਘਟਨਾ ਵਾਪਰਦੀ ਹੈ ਉਹਦਾ ਪੱਛਮੀ ਨਾਵਲ ਦੇ ਉੱਪਰ, ਪੱਛਮੀ ਜਾਂ ਪ੍ਰਵਾਸੀ ਪੰਜਾਬੀ ਨਾਵਲ ਦੇ ਉੱਪਰ ਉਹਦਾ ਖੁੱਲ੍ਹੇ ਰੂਪ ਦੇ ਵਿੱਚ ਪ੍ਰਭਾਵ ਪੈਂਦਾ ਹੈ। ਫੁਟਕਲ ਵਿਸ਼ੇ ਵੀ ਹੋਰ ਹੈਗੇ, ਜਿਵੇਂ ਨਿੱਕੇ ਨਿੱਕੇ ਡਰੱਗ ਦਾ ਮਸਲਾ ਹੋ ਗਿਆ, ਨਸ਼ੇ ਦਾ ਮਸਲਾ ਹੋ ਗਿਆ, ਜਾਤੀਵਾਦੀ ਭੇਦਭਾਵ ਹੋ ਗਿਆ, ਮਾਝੇ ਮਾਲਵੇ ਦੁਆਬੇ ਦੀ ਬਖਰੇਵਾਂ, ਪ੍ਰਵਾਸੀ ਪੰਜਾਬੀ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ, ਗੈਰ ਸਮਾਜਿਕ ਤੱਤਾਂ ਦਾ ਰੁਝਾਨ, ਖਤਰਨਾਕ ਗੈਂਗਾਂ ਨਾਲ ਉਹਨਾਂ ਦਾ ਸੰਬੰਧ, ਇਹ ਸਾਰੀਆਂ ਚੀਜ਼ਾਂ ਵੀ ਉਹਦੇ ਵਿੱਚ ਪੇਸ਼ ਹੁੰਦੀਆਂ। ਪ੍ਰਵਾਸੀ ਪੰਜਾਬੀਆਂ ਵਿੱਚ ਅਣਖ ਅਧੀਨ ਔਰਤਾਂ ਦੇ ਕਤਲ ਕਰ ਦੇਣ ਦੇ ਰੁਝਾਨ ਨੂੰ ਵੀ ਪ੍ਰਵਾਸੀ ਪੰਜਾਬੀ ਨਾਵਲ ਆਪਣੇ ਵਿੱਚ ਪੇਸ਼ ਕਰਦਾ ਹੈ। ਇਹ ਆਪਾਂ ਫੁਟਕਲ ਵਿਸ਼ਿਆਂ ਦੇ ਵਿੱਚ ਰੱਖਿਆ। ਸੋ ਵਿਦਿਆਰਥੀਓ, ਕਹਿਣ ਦਾ ਭਾਵ ਇਹ ਹੈ ਕਿ ਪ੍ਰਵਾਸੀ ਪੰਜਾਬੀ ਨਾਵਲ ਦੇ ਵਿੱਚ ਸਾਰੇ ਵਿਸ਼ੇ ਪੇਸ਼ ਹੋਏ ਆ। ਸਾਰੇ ਵਿਸ਼ੇ ਜਿਹੜੇ ਉੱਥੇ ਦੇ ਸਥਾਨਕ ਲੋਕਾਂ ਨੇ ਝੱਲੇ ਆ ਉਹਨਾਂ ਨੂੰ ਉਹਦੇ ਵਿੱਚ ਪੇਸ਼ ਕਰਨ ਦੀ ਸਫਲਤਾਪੂਰਵਕ ਕੋਸ਼ਿਸ਼ ਕੀਤੀ ਹੈ। ਅਸੀਂ ਅੱਜ ਦੇ ਨਾਵਲ ਦੇ ਵਿੱਚ ਸਿਰਫ ਅੱਜ ਦੇ ਲੈਕਚਰ ਦੇ ਵਿੱਚ ਪੰਜਾਬੀ ਨਾਵਲ ਦੇ ਪ੍ਰਵਾਸੀ ਰੁਝਾਨ ਨੂੰ ਹੀ ਪੇਸ਼ ਕੀਤਾ ਹੈ, ਪ੍ਰਵਾਸੀ ਪੰਜਾਬੀ ਨਾਵਲ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਹਨੇਰੇ ਰਾਹ ਹਰਪ੍ਰੀਤ ਸੇਖਾ ਨਾਵਲ ਉਹਦੇ ਉੱਪਰ ਚਰਚਾ ਕਰਾਂਗੇ, ਕਿਉਂਕਿ ਅਸੀਂ ਬੈਕਗਰਾਉਂਡ ਪੇਸ਼ ਕੀਤੀ ਹੈ, ਇੱਕ ਪਿੱਠਭੂਮੀ ਨੂੰ ਪੇਸ਼ ਕੀਤਾ ਹੈਗਾ ਪ੍ਰਵਾਸੀ ਪੰਜਾਬੀ ਨਾਵਲ ਦੀ ਨੂੰ। ਅਗਲੇ ਜਿਹੜੇ ਸਾਡੇ ਹੋਣਗੇ ਲੈਕਚਰ ਉਹਨਾਂ ਦੇ ਵਿੱਚ ਫਿਰ ਬਾਕੀ ਵਿਸ਼ਿਆਂ ਨੂੰ ਵੀ ਅਸੀਂ ਪੇਸ਼ ਕਰਾਂਗੇ।